श्री वाहिगुरु साहिब जी। सतनाम श्री वाहिगुरु साहिब जी। श्री नानक अंगद गुरु अमरदास पद बंद। रामदास अर्जन गुरु बर श्री हर गोबिंद। हरि राय हर कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें है अमृत ज्ञान है मानख भगत वैराग। श्री गुरु ग्रंथ साहिब उदद बंदो कार्य अनुराग। श्री गुर शब्द कमाए जिना जीते पंच विकार। तिन संतन को बंदना सिर चरणन पर तार। पूर्ण देखे आत्मा द्वैत है सर्ब निवार। भये शांत मन संत जो तिन पद नमो हमार। एक अंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। दोहरा रहियो है न टेकता बहियो। पौरदार दे वृंद आवत जात न हटक को। तुम कह देहु चिंद रहियो है न टेकता बहियो। पौरदार दे वृंद आवत जात न हटक को। तुम कह देहु चिंद। वाहिगुरु जी का खालसा वाहिगुरु जी की फतेह। चवर छत्र तख्त दे मालक राजान राज भानान भान। देवन देव उपमा महान। 84 लाख जूना दे रिजक दाते। धन धन साहिब श्री गुरु ग्रंथ साहिब सच्चे पातशाह जिन्हां ने अपार रहमत किरपा दे सदका असी संध्या दे समय मिल बैठ के गुरु दे चरनां विच हाजरी भर रहे हाँ। महापुरखां दे पावन पवित्र स्थानां उपर जो इतिहास की लड़ीवार कथा विचार चल रही है ਉਹਦਾ ਸੁਭਾਗਾ ਸਮਾਂ ਬਣ ਆਇਆ। आओ ਆਪਾਂ मिल बैठ के जो इतिहास की लड़ीवार कथा है
ਉਹਨੂੰ ਸਰਵਣ ਕਰੀਏ। ਜਿਵੇਂ ਛੇਵੇਂ ਪਾਤਸ਼ਾਹ ਦਾ ਇਤਿਹਾਸ ਚੱਲ ਰਿਹਾ ਏ, ਕਿਵੇਂ ਬਾਬਾ ਬਿਧੀ ਚੰਦ ਜੀਆਂ ਨੂੰ ਥਾਪੜਾ ਦੇ ਕੇ ਭੇਜਿਆ ਲਾਹੌਰ ਵੱਲ ਕਿ ਜਾ ਕਰਕੇ ਸੰਗਤ ਦੇ ਘੋੜੇ ਵਾਪਸ ਲੈ ਕੇ ਆਓ। ਉਹ ਸਾਰਾ ਇਤਿਹਾਸ ਆਪਾਂ ਸਰਵਣ ਕਰੀਏ। ਸਾਰਿਆਂ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਜੀਆਂ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ। ਆਓ ਮਿਲ ਕਰਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪਾਂ ਕੱਲ ਦੇ ਅਧਿਆਏ ਅੰਦਰ ਸਰਵਣ ਕੀਤਾ, ਬਾਬਾ ਬਿਧੀ ਚੰਦ ਜੀ ਰੋਜ਼ ਹੀ ਕਿਲੇ ਦੇ ਕੋਲ ਆ ਕੇ ਘਾਹ ਨੂੰ ਵੇਚਦੇ ਤੇ ਦਰੋਗਾ ਵੇਖ ਕੇ ਬੜਾ ਖੁਸ਼ ਹੋਇਆ। ਇੱਕ ਦਿਨ ਐਵੇਂ ਵੇਖ ਕੇ ਦਰੋਗੇ ਨੇ ਬਾਬਾ ਬਿਧੀ ਚੰਦ ਜੀਆਂ ਨੂੰ ਅੰਦਰ ਹੀ ਲੈ ਗਿਆ ਕਿਲੇ ਦੇ। ਕਹਿਣ ਲੱਗਾ, ਤੂੰ ਬੜੀ ਸੇਵਾ ਕਰਦਾ ਹੈ, ਜੇ ਸਾਡੇ ਘੋੜਿਆਂ ਦੀ ਸੇਵਾ ਦੇ ਲਈ ਤੂੰ ਪੱਕੀ ਤਰੀਕੇ ਨਾਲ ਰਹਿ ਜਾਵੇਂ ਤੈਨੂੰ ਬੜਾ ਧਨ ਦੇਵਾਂਗੇ। ਬਾਬਾ ਬਿਧੀ ਚੰਦ ਜੀ ਸੁਣ ਕੇ ਬੜਾ ਖੁਸ਼ ਹੋਏ। ਛੇਵੇਂ ਪਾਤਸ਼ਾਹ ਦਾ ਧੰਨਵਾਦ ਕੀਤਾ, ਪਾਤਸ਼ਾਹ ਜਿਹੜੇ ਕਾਰਜ ਦੇ ਲਈ ਮੈਂ ਆਪ ਪੜਿਆ ਸਾਂ, ਤੁਸੀਂ ਬੜੀ ਮਿਹਰ ਕਰਕੇ ਉਹ ਕਾਰਜ ਸਵਾਰਿਆ। ਦਰੋਗੇ ਸਹੁੰਦੇ ਖਾਨ ਨਾਲ ਮੇਲ ਹੋਇਆ। ਹੁਣ ਕਿਰਪਾ ਰੱਖਿਓ, ਸਾਰਾ ਕਾਰਜ ਆਪ ਹੀ ਥਾਪੜਾ ਦੇ ਕੇ ਸਵਾਰਦੇ ਰਹੋ। ਐਵੇਂ ਬਾਬਾ ਬਿਧੀ ਚੰਦ ਸਹੁੰਦੇ ਖਾਨ ਦੇ ਨਾਲ ਕਿਲੇ ਅੰਦਰ ਵੜਿਆ ਤੇ ਜਾ ਕਰਕੇ ਘੋੜਿਆਂ ਦੀ ਸੇਵਾ ਦੇ ਲਈ ਪੱਕੇ ਤੌਰ ਤੇ ਹੀ ਸਹੁੰਦੇ ਖਾਨੇ ਰੱਖ ਲਿਆ। ਫਿਰ ਬਾਬਾ ਬਿਧੀ ਚੰਦ ਕੋ ਨਾਮ ਵੀ ਪੁੱਛਿਆ। ਕਹਿਣ ਲੱਗਾ, ਭਾਈ ਤੇਰਾ ਨਾਮ ਕੀ ਆ? ਤੇ ਬਾਬਾ ਬਿਧੀ ਚੰਦ ਕਹਿੰਦਾ, ਮੇਰਾ ਨਾਮ ਕੇਸਰਾ। ਐਵੇਂ ਕਹਿ ਕੇ ਬਾਬਾ ਬਿਧੀ ਚੰਦ ਜੀ ਰੋਜ਼ ਹੀ ਘੋੜਿਆਂ ਦੀ ਸੇਵਾ ਦੇ ਵਿੱਚ ਲਗਾਤਾਰ ਲੱਗੇ ਰਹਿੰਦੇ ਨੇ। ਇੱਦਾਂ ਕਰਦਿਆਂ ਕਵੀ ਜੀ ਕਹਿੰਦੇ ਕੁਝ ਕੁ ਦਿਨ ਬਤੀਤ ਹੋਣਾ ਕੀਤੇ। ਬਾਬਾ ਬਿਧੀ ਚੰਦ ਮਨ ਦੇ ਵਿੱਚ ਗੁਰੂ ਦੇ ਘੋੜੇ ਸਮਝ ਕਰਕੇ ਬੜੀ ਸ਼ਰਧਾ ਦੇ ਨਾਲ ਸੇਵਾ ਕਰਦਾ। ਜੇ ਕਿਧਰੇ ਮਨ 'ਚ ਵਿਰਾਗ ਆ ਜਾਂਦਾ, ਬੇਨਤੀਆਂ ਕਰਕੇ ਘੋੜੇ ਦੇ ਪੌੜਾਂ ਦੇ ਉੱਪਰ ਨਮਸਕਾਰ ਕਰਦਾ ਤੇ ਲਾਗੇ ਖਲੋਤੇ ਸਿਪਾਹੀ ਪੁੱਛਦੇ, ਭਾਈ ਬੜੀ ਨਮਸਕਾਰ ਕਾਹਤੋਂ ਕਰਦਾ ਹੈ? ਬਾਬਾ ਬਿਧੀ ਚੰਦ ਕਹਿਣ ਲੱਗਾ, ਸੱਚੇ ਪਾਤਸ਼ਾਹ ਦੇ ਘੋੜੇ ਨੇ, ਇਸ ਲਈ ਇਹਨਾਂ ਘੋੜਿਆਂ ਦੇ ਅੱਗੇ ਨਮਸਕਾਰ ਕਰਨੀ ਬਣਦੀ ਹੈ। ਇਵੇਂ ਬੜੀ ਸ਼ਰਧਾ ਭਾਵਨਾ ਨਾਲ ਬਾਬਾ ਬਿਧੀ ਚੰਦ ਜੀ ਘੋੜਿਆਂ ਦੀ ਸੇਵਾ ਕਰਦੇ ਤੇ ਜਿਹੜੇ ਪੈਸੇ ਸਹੁੰਦੇ ਖਾਂ ਦਿੰਦਾ ਬਾਬਾ ਬਿਧੀ ਚੰਦ ਜੀ ਉਹਨਾਂ ਪੈਸਿਆਂ ਨੂੰ ਗਰੀਬਾਂ ਵਿੱਚ ਵੰਡ ਦਿੰਦੇ ਤੇ ਮਨ ਦੇ ਵਿੱਚ ਕਹਿੰਦੇ ਵੀ ਇਹ ਜਿਹੜੇ ਪੈਸੇ ਇਹਨਾਂ ਮੁਗਲਾਂ ਦੇ, ਇਹਨਾਂ ਲੋਕਾਂ ਦਾ ਹੱਕ ਖਾਧਾ ਏ ਤੇ ਲੋਕਾਂ ਦਾ ਹੱਕ ਖਾਧੇ ਹੋਏ ਪੈਸਿਆਂ ਦਾ ਮੈਂ ਕੁਝ ਖਾ ਨਹੀਂ ਸਕਦਾ, ਇਹ ਗੁਰੂ ਦੇ ਨਾਲ ਲੂਣ ਹਰਾਮੀ ਹੋਵੇਗੀ। ਇਵੇਂ ਦੀਆਂ ਵਿਚਾਰਾਂ ਕਰਕੇ ਬਾਬਾ ਬਿਧੀ ਚੰਦ ਜੀ ਆਪਣਾ ਸਮਾਂ ਬਤੀਤ ਕਰਦੇ ਨੇ, ਗੁਰੂ ਦੀ ਸੇਵਾ 'ਚ ਲੱਗੇ। ਇਹ ਆਪਾਂ ਕੱਲ ਦੇ ਅਧਿਆਏ ਵਾਚਨਾ ਕੀਤਾ। ਆਓ ਅੱਗੇ ਕਿਵੇਂ ਬਾਬਾ ਬਿਧੀ ਚੰਦ ਜੀ ਘੋੜਿਆਂ ਨੂੰ ਲੈ ਕੇ ਤੇ ਕਿਲੇ 'ਚੋਂ ਬਾਹਰ ਨਿਕਲਦੀਆਂ ਤਿਆਰੀਆਂ ਕਰ ਰਹੇ ਨੇ। ਆਪਾਂ ਸਾਰੇ ਹੀ ਮਨ ਬਿਰਤੀਆਂ ਨੂੰ ਕਾਗਰ ਕਰਕੇ ਅੱਗੇ ਦਾ ਜੋ ਇਤਿਹਾਸ ਆ ਰਿਹਾ ਹੈ ਮਿਲ ਬੈਠ ਕੇ ਸਰਵਣ ਕਰੀਏ। ਸਭ ਤੋਂ ਪਹਿਲਾਂ ਆਪਾਂ ਮਿਲ ਕੇ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਰਹਿਓ ਹੈਨ ਟਿਗ ਤਪ ਕਹਿਓ। ਜਿਸ ਵੇਲੇ ਬਾਬਾ ਬਿਧੀ ਚੰਦ ਜੀ ਗਲਬਾਗ ਤੇ ਦਿਲਬਾਗ ਘੋੜੇ ਦੀ ਸੇਵਾ ਵਿੱਚ ਲੱਗੇ ਹਨ, ਉਸ ਵੇਲੇ ਆਪਣੇ ਮੁਖ ਦੇ ਵਿੱਚੋਂ ਇਉਂ ਕਹਿੰਦੇ ਨੇ, ਔਰਦਾਰ ਜੇ ਬ੍ਰਿੰਦ। ਇਹ ਸੌਂਦੇ ਖਾਂ, ਇਹ ਜਿਹੜੇ ਕਿਲੇ ਦੇ ਦਰਵਾਜ਼ੇ ਦੇ ਉੱਪਰ ਜਿੰਨੇ ਵੀ ਤੂੰ ਪਹਿਰੇਦਾਰ ਖਿਲਾੜੇ ਹਨ, ਆਵਤ ਜਾਤ ਨ ਹਟਕੋ। ਇਹਨਾਂ ਸਾਰਿਆਂ ਨੂੰ ਕਹਿਣਾ ਕਰ, ਜੇ ਕਿਤੇ ਮੈਂ ਕਿਲੇ ਦੇ ਵਿੱਚ ਪ੍ਰਵੇਸ਼ ਕਰਾਂ ਜਾਂ ਬਾਹਰ ਜਾਵਾਂ, ਮੈਨੂੰ ਕੋਈ ਵੀ ਰੋਕਣਾ ਨਾ ਕਰੇ। ਤੁਮ ਕਹਿ ਦੇਹੋ ਨਚਿੰਦ।
ਇਸ ਤਰੀਕੇ ਦੇ ਨਾਲ ਤੂੰ ਸਾਰੇ ਹੀ ਜਿੰਨੇ ਵੀ ਪਹਿਰੇਦਾਰ ਨੇ ਸਾਰਿਆਂ ਨੂੰ ਤਾੜਨਾ ਕਰ ਕਿ ਮੈਨੂੰ ਕੋਈ ਰੋਕੇ ਨਾ। ਇਸ ਲਈ ਬਾਬਾ ਬਿਧੀ ਚੰਦ ਜੀ ਆਪਣੇ ਮਨ ਦੇ ਵਿੱਚ ਚਿੰਤਾ ਤੋਂ ਹੀਣੇ ਹੁੰਦੇ ਨੇ। ਚੌਪਈ ਸੰਗ ਦਰੋਗੇ ਕੇ ਸਭ ਪੌਰ। ਉਸ ਵੇਲੇ ਦਰੋਗਾ ਸੌਂਦੇ ਖਾਨ ਨੇ ਜਿੰਨੇ ਵੀ ਕਿਲੇ ਦੇ ਪਹਿਰੇਦਾਰ ਸਨ ਕਹਿਵਾਏ ਹੋ ਇਹ ਚਾਕਰ ਔਰ। ਤੇ ਸੌਂਦੇ ਖਾਂ ਕਹਿਣ ਲੱਗਾ, ਸਿਪਾਹੀਓ ਇਹ ਜਿਹੜਾ ਚਾਕਰ ਹੈ ਇਹ ਦਾਸ ਏ, ਇਹ ਸਾਰਿਆਂ ਤੋਂ ਵੱਖਰਾ ਹੈ। ਖਾਸ ਸ਼ਾਹੋ ਕੇ ਹੈ ਕਰ ਰਹੇ ਹੋ। ਇਹ ਖਾਸ ਜਿਹੜੇ ਸ਼ਾਹਜਹਾਨ ਦੇ ਦੋ ਘੋੜੇ ਨੇ, ਦਿਲਬਾਗ ਤੇ ਗੁਲਬਾਗ ਘੋੜਾ, ਉਹਨਾਂ ਦੀ ਸੇਵਾ ਲਈ ਖਾਸ ਰੱਖਿਆ ਹੈ। ਨੀਕੇ ਉਚਿਤ ਸੇਵਕੋ ਲਹਿਓ। ਇਹ ਬੜੇ ਹੀ ਚੰਗੇ ਤਰੀਕੇ ਨਾਲ ਇਹਨਾਂ ਘੋੜਿਆਂ ਦੀ ਸੇਵਾ ਕਰਦਾ। ਆਵੇ ਜਾਹੇ ਅਬੇਰ ਸਵੇਰ। ਹਾਂ ਸਿਪਾਹੀਓ ਸੁਣਨਾ ਕਰੋ, ਜਦੋਂ ਕਿਤੇ ਵੀ ਇਹ ਦਾਸ ਹਨੇਰੇ ਆਵੇ ਜਾਂ ਸਵੇਰੇ ਆਵੇ, ਨਹਿ ਬਰਜਹੁ ਇਸ ਕੋ ਤਬ ਕਬ ਹੀਰ। ਹਾਂ ਕੋਈ ਵੀ ਸਿਪਾਹੀ ਇਹਨੂੰ ਰੋਕਣਾ ਨਾ ਕਰੇ, ਭਾਵੇਂ ਜਿਹੜੇ ਵੇਲੇ ਮਰਜ਼ੀ ਇਹ ਦਰਬਾਰ ਦੇ ਵਿੱਚ ਕਿਲੇ ਵਿੱਚ ਆਵੇ ਤੇ ਜਿਹੜੇ ਵੇਲੇ ਮਰਜ਼ੀ ਇਹ ਕਿਲੇ ਤੋਂ ਬਾਹਰ ਜਾਵੇ। ਇਹ ਸਾਰਿਆਂ ਨੂੰ ਮੈਂ ਤਾੜਨਾ ਕਰਦਾ ਆ, ਕੋਈ ਵੀ ਇਹਨੂੰ ਰੋਕਣਾ ਨਾ ਕਰੇ। ਔਰਨ ਤੇ ਨਿਸੰਗ ਤਬ ਹੁਆ। ਉਸ ਵੇਲੇ ਬਾਬਾ ਬਿਧੀ ਚੰਦ ਜੀ ਇਹ ਜਿਹੜੇ ਸਿਪਾਹੀ ਸਨ ਇਹਨਾਂ ਤੋਂ ਨਿਸੰਗ ਹੋ ਗਿਆ, ਭਾਵ ਇਹਨਾਂ ਦਾ ਡਰ ਨਾ ਰਿਹਾ। ਮਨ ਹੋ ਮਾਤਬਰ ਕਰ ਪੂਜੂਆ। ਹਾਂ ਕਵੀ ਜੀ ਕਹਿੰਦੇ ਮੰਨਣਾ ਕਰੋ, ਜਿਵੇਂ ਘਰ ਦਾ ਵਿਅਕਤੀ ਹੀ ਬਣ ਗਿਆ। ਜਿਵੇਂ ਘਰ ਦੇ ਵਿਅਕਤੀ ਬਿਨਾਂ ਡਰ ਤੋਂ ਆਪਣੇ ਘਰ 'ਚ ਵਿਚਰਦੇ ਨੇ, ਇਦਾਂ ਕਿਸੇ ਡਰ ਤੋਂ ਬਿਨਾਂ ਬਾਬਾ ਬਿਧੀ ਚੰਦ ਜੀ ਇਹਨਾਂ ਮੁਗਲਾਂ ਦੇ ਕਿਲੇ ਵਿੱਚ ਫਿਰਦੇ ਨੇ। ਲਾਗਿਓ ਨਿਸ ਦਿਨ ਸੇਵਾ ਮਾਹੀ। ਤੇ ਦਿਨ ਰਾਤ ਹੀ ਘੋੜਿਆਂ ਦੀ ਸੇਵਾ ਦੇ ਵਿੱਚ ਬਾਬਾ ਜੀ ਲੱਗੇ ਰਹਿੰਦੇ। ਐਨ ਬਾਸ ਕੋ ਸ਼ੋਰਹ ਨਾਹੀ। ਤੇ ਕਦੀ ਵੀ ਘੋੜਿਆਂ ਦੀ ਸੇਵਾ ਛੱਡਦੇ ਨਹੀਂ, ਦਿਨ ਰਾਤ ਹੀ ਘੋੜਿਆਂ ਦੇ ਪਾਸ ਰਹਿਣਾ ਕਰਦੇ। ਜੇ ਤਕ ਸੇਵਕ ਸੇਵਾ ਕਰੈ। ਹਾਂ ਉਧਰ ਜਿੰਨੇ ਪਹਿਲਾਂ ਸੇਵਕ ਰੱਖੇ ਸਨ ਸੌਂਦੇ ਖਾਨ ਨੇ ਇਹਨਾਂ ਘੋੜਿਆਂ ਦੀ ਸੇਵਾ ਕਰਨ ਦੇ ਲਈ, ਸਭ ਕੇ ਥਾਓ ਆਪ ਹੀ ਕਰੈ। ਉਹਨਾਂ ਸਾਰੇ ਸੇਵਕਾਂ ਨੂੰ ਹਟਾ ਕੇ ਬਾਬਾ ਬਿਧੀ ਚੰਦ ਜੀ ਇਕੱਲੇ ਹੀ ਸੇਵਾ ਕਰਦੇ। ਸਭ ਕੋ ਸੁਖ ਹੋਇਓ ਹਰ ਖਾਵੈ। ਹਾਂ ਜਦੋਂ ਸਾਰੇ ਹੀ ਸੇਵਕ ਹਟ ਗਏ ਸੇਵਾ ਕਰਨੋਂ ਤੇ ਬੜੇ ਹੀ ਖੁਸ਼ ਹੁੰਦੇ ਨੇ। ਭਲੋ ਪੁਰਖ ਇਹੋ ਕਹਿ ਸੁਣਾਵੈ। ਸਾਰੇ ਕਹਿਣ ਲੱਗੇ ਕੋਈ ਭਲਾ ਹੀ ਪੁਰਸ਼ ਏ, ਸਾਡੀ ਸਾਰਿਆਂ ਦੀ ਅਸੀਂ 10 ਬੰਦੇ ਨਹੀਂ ਸੇਵਾ ਕਰਦੇ ਸਾਂ, ਇਹ ਇਕੱਲਾ ਹੀ ਸਾਡੀ ਸਾਰਿਆਂ ਦੀ ਸੇਵਾ ਕਰੀ ਜਾ ਰਿਹਾ ਹੈ। ਖਰੋ ਖਰਖਰਾ ਖਰੋ ਕਰੰਤਾ। ਹਾਂ ਬਾਬਾ ਬਿਧੀ ਚੰਦ ਜੀ ਘੋੜਿਆਂ ਦੇ ਨੇੜੇ ਰਹਿ ਕਰਕੇ ਬੜੀ ਹੀ ਸੇਵਾ ਕਰਦੇ। ਜਿੰਨੇ ਵੀ ਲੋਕ ਬੜੇ ਖੁਸ਼ ਹੋਏ ਬਾਬਾ ਬਿਧੀ ਚੰਦ ਤੋਂ। ਇਹ ਗਾਦੀ ਪਰ ਹਾਥ ਫਿਰੰਤਾ। ਤੇ ਹੱਥ ਦੇ ਵਿੱਚ ਗੱਦੀ ਲੈ ਕੇ ਪੋਲੀ ਜੀ ਤੇ ਘੋੜੇ ਦੀ ਪਿੱਠ ਤੇ ਹੱਥ ਫੇਰਦੇ। ਬਦਨ ਨਾਸਕਾ ਪਹੁੰਚਤ ਆਛ। ਤੇ ਬੜੀ ਹੀ ਸ਼ਰਧਾ ਦੇ ਨਾਲ ਸੇਵਾ ਕਰਦੇ ਕਿ ਗੁਰੂ ਦਾ ਘੋੜਾ ਏ। ਤੇ ਇਵੇਂ ਕਵੀ ਜੀ ਕਹਿੰਦੇ ਉਸ ਘੋੜੇ ਦੇ ਮੁੱਖ ਨੂੰ, ਉਹਦੀਆਂ ਨਾਸਕਾਵਾਂ ਨੂੰ ਬੜੇ ਹੀ ਚੰਗੇ ਤਰੀਕੇ ਨਾਲ ਪੂੰਝਣਾ ਕਰਦੇ ਨੇ। ਸੁੰਭ ਉਠਾਏ ਅਕਰ ਅਰ ਪਾਛੇ। ਹਾਂ ਅੱਗੋਂ ਪਿੱਛੇ ਘੋੜੇ ਨੂੰ ਚੰਗੀ ਤਰ੍ਹਾਂ ਪੂਛ ਤੋਂ ਵੀ ਸਾਫ਼ ਕਰਦੇ। ਮਸਤਕ ਕਰਨ ਜਾਤ ਦ੍ਰਿਗ ਜੀ ਗਰੀਵਾ। ਤੇ ਘੋੜੇ ਦਾ ਮੱਥਾ ਗਲਾ ਜਿੰਨੇ ਵੀ ਘੋੜੇ ਦੇ ਅੰਗ ਨੇ ਸਾਰੇ ਚੰਗੀ ਤਰ੍ਹਾਂ ਸਾਫ਼ ਕਰਦੇ ਹਨ। ਪਹੁੰਚਤ ਉਦਰ ਹੋਏ ਬਹੁ ਨੀਵਾ। ਤੇ ਫਿਰ ਸਾਰੀ ਸੇਵਾ ਕਰਕੇ ਘੋੜੇ ਦੇ ਥੱਲੇ ਨੀਵੇਂ ਹੋ ਕਰਕੇ ਘੋੜੇ ਦੇ ਢਿੱਡ ਨੂੰ ਵੀ ਸਾਫ਼ ਕਰਦੇ। ਆਇਆ ਹੋ ਛਾਤੀ ਪੀਠ ਬਡੇਰੀ। ਤੇ ਘੋੜੇ ਦੀ ਛਾਤੀ ਕਹਿੰਦੇ ਬੜੀ ਤਗੜੀ ਸੀ ਤੇ ਉਹਦੀ ਪਿੱਠ ਵੀ ਬੜੀ ਬਲੀ ਸੀ। ਫੇਰਤ ਕਰ ਦੇ ਹਾਥ ਜੋਰ ਹਥੇਰੀ। ਤੇ ਘੋੜੇ ਦੀ ਪਿੱਠ ਦੇ ਉੱਪਰ ਆਪਣੀ ਤਲੀ ਦੇ ਨਾਲ ਬੜੀ ਮਾਲਿਸ਼ ਕਰਦੇ। ਉੱਡੇ ਬੜੇ ਪੁੰਛ ਸਟਕਾਰੀ। ਹਾਂ ਜਿੰਨੇ ਵੀ ਉਹਦੇ ਅੰਗ ਉਹਦੇ ਪੈਰਾਂ ਨੂੰ ਪੌੜਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਨੇ ਬਾਬਾ ਜੀ। ਬਾਰ ਬਾਰ ਕਰ ਧਾਰ ਸੁਧਾਰੀ।
ਬਾਰ-ਬਾਰ ਉਸ ਘੋੜੇ ਦੀ ਮਨ ਲਾ ਕੇ ਬੜੀ ਹੀ ਸੇਵਾ ਕਰਦੇ। ਦਸਕ ਦਾਸ ਕੀ ਸੇਵ ਵਿਸਾਲਾ। ਕਵੀ ਜੀ ਕਹਿੰਦੇ ਜਿਹੜੇ ਘੋੜੇ ਦੀ ਪਹਿਲਾਂ ਸੇਵਾ ਕਰਦੇ ਸਨ ਦਾਸ, ਉਹਨਾਂ ਦੀ ਗਿਣਤੀ 10 ਸੀ ਕਿ 10 ਜਿਹੜੇ ਲੋਕ ਸੀ ਸਿਪਾਹੀ, ਇਹ ਘੋੜੇ ਦੀ ਪਹਿਲਾਂ ਸੇਵਾ ਕਰਦੇ ਸਨ। ਸੰਭਾਰੀ ਠਾਨਤ ਸਭ ਕਾਲਾ। ਤੇ ਹੁਣ ਉਹਨਾਂ 10 ਲੋਕਾਂ ਦੀ ਸੇਵਾ ਬਾਬਾ ਬਿਧੀ ਚੰਦ ਨੇ ਆਪ ਹੀ ਸਾਂਭਣਾ ਕੀਤੀ। ਸਭਨ ਭਇਓ ਸੁਖ ਕਰਹਿ ਸਰਾਹੋ। ਤੇ ਸਾਰੇ ਹੀ ਬੜੇ ਖੁਸ਼ ਹੋਏ ਕਿ ਅਸੀਂ ਸੇਵਾ ਤੋਂ ਸਾਡਾ ਖਹਿੜਾ ਛੁੱਟਿਆ ਤੇ ਬੜੀ ਹੀ ਵਡਿਆਈ ਕਰਦੇ। ਇਹ ਬਾਛੋ ਆਇਓ ਹਮ ਮਾਹੂ। ਹਾਂ, ਇਹ ਕੋਈ ਭਲਾ ਹੀ ਵਿਅਕਤੀ ਸਾਡੇ ਵਿੱਚ ਆਇਆ ਏ। ਦਵੈ ਤੀਨਕ ਦਿਨ ਕਰਤ ਨਿਹਾਰਾ। ਐਵੇਂ ਕਵੀ ਜੀ ਕਹਿੰਦੇ 2-3 ਦਿਨ ਬਾਬਾ ਬਿਧੀ ਚੰਦ ਨੂੰ ਘੋੜਿਆਂ ਦੀ ਸੇਵਾ ਕਰਦਿਆਂ ਹੋਇਆਂ ਵੇਖਿਆ। ਸੌਂਦੇ ਖਾਨ ਪ੍ਰਸੰਨ ਉਚਾਰਾ। ਤੇ ਸੌਂਦੇ ਖਾਨ ਨੇ ਜਦੋਂ ਵੇਖਿਆ ਇਹ ਬੜਾ ਹੀ ਮਨ ਲਾ ਕੇ ਸੇਵਾ ਕਰਦਾ ਏ, ਐਵੇਂ ਵੇਖ ਕੇ ਬੜਾ ਖੁਸ਼ ਹੋਇਆ ਸੌਂਦੇ ਖਾਂ। ਕਵਿ ਕਾ ਦੇਨ ਉਤਾਰਨ ਧਰਨ। ਫਿਰ ਖੁਸ਼ ਹੋ ਕਰਕੇ ਸੌਂਦੇ ਖਾਨ ਨੇ ਘੋੜੇ ਨੂੰ ਪਾਉਣ ਦੇ ਲਈ ਜਿਹੜੀ ਲਗਾਮ ਰੱਖੀ ਸੀ ਉਹ ਵੀ ਬਾਬਾ ਜੀਆਂ ਨੂੰ ਦੇ ਦਿੱਤੀ ਕਿ ਇਹ ਵੀ ਤੂੰ ਆਪ ਹੀ ਪਾਇਆ ਕਰ। ਰਹਿ ਕਸੇਰੇ ਕੇ ਅਬ ਕਰਨ। ਹਾਂ, ਇਸੇ ਤਰੀਕੇ ਨਾਲ ਬਾਬਾ ਬਿਧੀ ਚੰਦ ਜੀ ਘੋੜੇ ਦੀ ਲਗਾਮ ਆਪ ਪਾਉਂਦੇ ਤੇ ਆਪ ਹੀ ਉਹਦੀ ਲਗਾਮ ਨੂੰ ਲਾਉਣਾ ਕਰਦੇ। ਸਾਰੀਆਂ ਜਿਹੜੀਆਂ ਡੋਰਾਂ ਸਨ ਘੋੜੇ ਦੀਆਂ ਬਾਬਾ ਬਿਧੀ ਚੰਦ ਦੇ ਹੱਥ ਫੜਾ ਦਿੱਤੀਆਂ। ਇਸ ਕੇ ਸੰਗ ਕਰੇ ਰੁਖ ਭੋਰੇ। ਜਿਹੜੇ ਘੋੜੇ ਸਨ ਉਧਰ ਉਹ ਵੀ ਬੜਾ ਹੀ ਬਾਬਾ ਜੀਆਂ ਨਾਲ ਪ੍ਰੇਮ ਕਰਦੇ। ਬਾਸੁਰ ਨਿਸ਼ਾ ਨ ਸੇਵਹਿ ਥੋਰੇ। ਤੇ ਬਾਬਾ ਬਿਧੀ ਚੰਦ ਜੀ ਕਵੀ ਜੀ ਕਹਿੰਦੇ ਮੰਨੋ ਦਿਨ ਰਾਤ ਸੇਵਾ ਦੇ ਵਿੱਚ ਲੱਗੇ ਰਹਿੰਦੇ, ਥੋੜੀ ਸੇਵਾ ਨਹੀਂ ਕਰਦੇ, ਬੜੀ ਹੀ ਦਿਲ ਤੋਂ ਸੇਵਾ ਕਰਦੇ। ਦੂਰ ਖੁਰਜ ਨੇ ਕਬ ਕਬ ਜਾਵਹੁ। ਹਾਂ, ਜਦੋਂ ਬਾਹਰ ਜਾ ਕੇ ਘਾਹ ਨੂੰ ਖੁਰਚਣ ਜਾਂਦੇ, ਮਰਦਨ ਪਹੁੰਚਨ ਸੇਵ ਕਮਾਵਹੁ। ਫਿਰ ਵੀ ਛੇਤੀ ਨਾ ਆ ਕੇ ਵਾਸ ਪਹੁੰਚ ਕੇ ਤੇ ਘੋੜਿਆਂ ਦੀ ਸੇਵਾ ਦੇ ਵਿੱਚ ਲੱਗ ਜਾਂਦੇ ਹਨ। ਹਰਖਤ ਉਰ ਮਹਿ ਕਹਿਤ ਕਸੇਰਾ। ਐਵੇਂ ਹਿਰਦੇ ਵਿੱਚ ਬੜਾ ਹੀ ਖੁਸ਼ ਹੋ ਕਰਕੇ ਜਿਹੜਾ ਆਪਣਾ ਨਾਂ ਕਸੇਰਾ ਦੱਸਿਆ ਸੀ ਬਾਬਾ ਬਿਧੀ ਚੰਦ, ਉਹ ਖੁਸ਼ ਹੁੰਦੇ। ਸੁਨਹੁ ਦਰੋਗਾ ਕਹਿ ਬੋ ਮੇਰਾ। ਬਾਬਾ ਬਿਧੀ ਚੰਦ ਕਹਿਣ ਲੱਗੇ ਸੌਂਦੇ ਖਾਂ ਮੇਰੀ ਗੱਲ ਨੂੰ ਸੁਣਨਾ ਕਰ। ਸੇਵ ਕਰਨ ਲਗ ਕਾਰਜ ਮੋਹੀ। ਇਹ ਸੌਂਦੇ ਖਾਂ ਦਰੋਗਾ, ਮੇਰਾ ਕਾਰਜ ਤਾਂ ਇਹੀ ਹੈ ਕਿ ਘੋੜਿਆਂ ਦੀ ਮੈਂ ਸੇਵਾ ਕਰਦਾ ਰਹਾ। ਜਾਓ ਵਹਿਰ ਕੇ ਆਸ ਡਿਗ ਹੋਈ। ਹਾਂ, ਮੈਂ ਇਹਨਾਂ ਦੇ ਕੋਲ ਹੀ ਰਵਾਂ ਜਾਂ ਕਿਤੇ ਬਾਹਰ ਫਿਰ ਸੇਵਾ ਕਰਕੇ ਚਲਾ ਜਾਵਾਂ। ਸਾਚੇ ਪਾਤ ਸਾਹੋ ਹੈ ਸੇਵਾ। ਇਹਨਾਂ ਘੋੜਿਆਂ ਦੀ ਸੇਵਾ ਕਰਨੀ ਤਾਂ ਸੱਚੇ ਪਾਤਸ਼ਾਹ ਦੀ ਸੇਵਾ ਕਰਨੀ ਏ ਸੌਂਦੇ ਖਾਂ। ਨਿਜ ਮੁਰਾਦ ਹਾਸਲ ਕਰ ਲੇਵਾ। ਮੇਰੇ ਮਨ ਦੀ ਇੱਛਾ ਸੀ ਵੀ ਕਿਸੇ ਤਰੀਕੇ ਨਾਲ ਜਾ ਕੇ ਇਹਨਾਂ ਘੋੜਿਆਂ ਦੀ ਸੇਵਾ ਕਰ ਲਾਂ ਤੇ ਸੱਚੇ ਪਾਤਸ਼ਾਹ ਦੀ ਸੇਵਾ ਹੋਵੇਗੀ। ਇਹ ਮੇਰੇ ਮਨ ਦੀ ਇੱਛਾ ਸੀ, ਹੁਣ ਇਹ ਮੇਰੀ ਇੱਛਾ ਪੂਰੀ ਹੋਈ ਏ। ਅਬਰ ਕਰਹੁ ਕਹਿ ਨਾਹਿਨ ਕਰਹੁ। ਹਾਂ, ਇਹਨਾਂ ਘੋੜਿਆਂ ਦੀ ਸੇਵਾ ਤੋਂ ਬਿਨਾ ਤੂੰ ਮੈਨੂੰ ਦੱਸਣਾ ਕਰ ਮੈਂ ਹੋਰ ਕੋਈ ਕੰਮ ਕਰਾਂ ਜਾਂ ਨਾ ਕਰਾਂ। ਬੈਠੋ ਰਹੋ ਕਿਦਾ ਉਠ ਫਿਰਹੁ। ਜਾਂ ਮੈਂ ਘੋੜਿਆਂ ਦੇ ਕੋਲ ਹੀ ਬੈਠਾ ਰਵਾਂ ਤੇ ਜਾਂ ਫਿਰ ਬਾਹਰ ਕਿਤੇ ਚਲਾ ਜਾਵਾਂ। ਮੈਂ ਤੁਰੰਗ ਕੋ ਤੀਰ ਨਾ ਤਿਆਗੋ। ਹਾਂ, ਫਿਰ ਵੀ ਸੌਂਦੇ ਖਾਂ ਇਹਨਾਂ ਘੋੜਿਆਂ ਦੀ ਸੇਵਾ ਕਰਨ 'ਚ ਮੇਰਾ ਬੜਾ ਹੀ ਚਿੱਤ ਲੱਗਾ ਏ। ਮੈਂ ਇਹਨਾਂ ਘੋੜਿਆਂ ਦਾ ਸਾਥ ਨਹੀਂ ਛੱਡਾਂਗਾ। ਇੱਕ ਸੇਵਾ ਕੇ ਤਤ ਕਰ ਲਾਗਾ। ਹਾਂ, ਐਵੇਂ ਸੇਵਾ ਦੇ ਵਿੱਚ ਸਦਾ ਹੀ ਦਿਨ ਰਾਤ ਮੈਂ ਖੜਾ ਰਹਾਂਗਾ। ਜਦੋਂ ਲੋੜ ਹੋਏਗੀ ਇਹਨਾਂ ਘੋੜਿਆਂ ਦੀ ਸੇਵਾ ਲਈ ਆ ਜਾਵਾਂ। ਸੌਂਦੇ ਆਦਿਕ ਮਾਨਵ ਸਾਰੇ। ਹਾਂ, ਬਾਬਾ ਬਿਧੀ ਚੰਦ ਦੀਆਂ ਐਸੀਆਂ ਗੱਲਾਂ ਨੂੰ ਸੁਣ ਕੇ ਜਿਹੜਾ ਦਰੋਗਾ ਸੌਂਦੇ ਖਾਂ ਤੇ ਜਿੰਨੇ ਹੋਰ ਸਿਪਾਹੀ ਸਨ, ਸੁਨਹਿ ਬਾਪ ਅਰ ਸੇਵ ਨਿਹਾਰੀ। ਸਾਰਿਆਂ ਨੇ ਐਸੇ ਵਾਕਾਂ ਨੂੰ ਸੁਣ ਕੇ ਕਿ ਇਹ ਜਿਹੜਾ ਮਨੁੱਖ ਹੈ ਬੜੀ ਸੇਵਾ ਕਰਦਾ ਏ। ਕਰਿਓ ਭਰੋਸਾ ਸੌਮਤ ਸੇਵ। ਐਵੇਂ ਦਰੋਗਾ ਨੇ ਭਰੋਸਾ ਕਰਕੇ
ਕਿ ਬੜੇ ਦਿਲ ਦੇ ਵਿੱਚ ਸੇਵਾ ਵਾਲੀ ਭਾਵਨਾ ਲੱਗਦੀ। ਇਵੇਂ ਭਰੋਸਾ ਕਰਕੇ ਬਾਬਾ ਬਿਧੀ ਚੰਦ ਨੂੰ ਘੋੜਿਆਂ ਦੀ ਸਾਰੀ ਸੇਵਾ ਸੌਂਪਣਾ ਕੀਤੀ। ਮੂਰਖ ਅਪਰ ਨ ਜਾਣੈ ਭੇਦ। ਹਾਂ, ਕਵੀ ਜੀ ਕਹਿੰਦੇ ਉਧਰ ਇਹ ਮੂਰਖ ਦੂਜਾ ਭੇਦ ਨਹੀਂ ਜਾਣਦੇ ਕਿ ਬਾਬਾ ਬਿਧੀ ਚੰਦ ਕਿਹੜੇ ਕਾਰਜਾਂ ਨੂੰ ਆ ਪੁੱਜਾ। ਇਹਨਾਂ ਦਾ ਸਾਰੀਆਂ ਡੋਰਾਂ ਬਾਬਾ ਬਿਧੀ ਚੰਦ ਦੇ ਹੱਥ ਦੇਤੀਆਂ ਕਿ ਘੋੜੇ ਦੀ ਸੇਵਾ ਬੜੀ ਰੀਝ ਨਾਲ ਕਰਦਾ ਏ, ਪਰ ਬਾਬਾ ਬਿਧੀ ਚੰਦ ਤਾਂ ਗੁਰੂ ਦੇ ਘੋੜਿਆਂ ਨੂੰ ਲੈਣ ਆਇਆ। ਇਹ ਗੱਲ ਨੂੰ ਇਹ ਜਿਹੜੇ ਮੂਰਖ ਲੋਕ ਨੇ ਜਾਣਦੇ ਨਹੀਂ। ਮਦਰ ਬਚਨ ਸਭ ਕੇ ਸੰਗ ਉਚਰੇ। ਬਾਬਾ ਬਿਧੀ ਚੰਦ ਬੜੇ ਹੀ ਮਿੱਠੇ ਬੋਲ ਸਾਰਿਆਂ ਦੇ ਨਾਲ ਬੋਲਣਾ ਕਰਦਾ। ਬਿਨਾ ਦੀਏ ਸਫਲਨ ਮਨ ਹਰੇ। ਕਵੀ ਜੀ ਕਹਿੰਦੇ ਬਾਬਾ ਜੀਆਂ ਨੇ ਕਿਸੇ ਨੂੰ ਕੋਈ ਪੈਸਾ ਧਨ ਉਪਹਾਰ ਵੀ ਨਹੀਂ ਦਿੱਤਾ ਤੇ ਸਾਰਿਆਂ ਦੇ ਮਨ ਨੂੰ ਵੀ ਜਿੱਤ ਲਿਆ। ਸਰਬ ਸਰਾਹੇ ਆਛੋ ਆਛੋ। ਤੇ ਜਿੰਨੇ ਸਿਪਾਹੀ ਨੇ ਸਾਰੇ ਬੜਾ ਸਲਾਹੁੰਦੇ ਨੇ ਕਿ ਇਹ ਬੜਾ ਹੀ ਭਲਾ ਪੁਰਸ਼ ਹੈ। ਰਹਿਨ ਕਸੇਰੇ ਕੋ ਸਭ ਬਾਛੋ। ਆ ਸਾਰੇ ਹੀ ਕਛੇਰੇ ਭਾਵ ਬਿਧੀ ਚੰਦ ਜੀਆਂ ਦਾ ਇੱਥੇ ਰਹਿਣਾ ਬੜਾ ਚੰਗਾ ਮੰਨਦੇ। ਕਾਵਿਕ ਦੇਨ ਰੋ ਕਾਜੈ ਕਰਵੇ। ਐਵੇਂ ਬਾਬਾ ਬਿਧੀ ਚੰਦ ਦੇ ਹੱਥ ਦੇ ਵਿੱਚ ਕਵੀ ਜੀ ਕਹਿੰਦੇ ਜਿਹੜਾ ਕਾਜਾ ਕਰਨਾ ਸੀ ਘੋੜੇ ਦਾ ਇਹ ਵੀ ਸੇਵਾ ਦੇ ਦਿੱਤੀ। ਕਾਜ ਸੰਭਾਰਤ ਕਾਜਬ ਸਰਬੇ। ਜਦੋਂ ਫਿਰ ਉਧਰ ਬਾਬਾ ਬਿਧੀ ਚੰਦ ਦੇ ਹੱਥਾਂ ਦੇ ਵਿੱਚ ਸਾਰੀਆਂ ਹੀ ਕਾਰਜ ਦੀਆਂ ਜਿਹੜੀਆਂ ਕਮਾਂਡਾਂ ਡੋਰਾਂ ਸਨ, ਜਦੋਂ ਬਾਬਾ ਬਿਧੀ ਚੰਦ ਦੇ ਹੱਥ ਆ ਗਈਆਂ ਲੈਨ ਦੂਰ ਬਾਹਿਰ ਗਇਓ। ਆ ਫਿਰ ਇਹਨੇ ਆਪਣੇ ਸਾਰੀਆਂ ਸੇਵਾ ਹੱਥ 'ਚ ਲੈ ਕੇ ਤੇ ਕਿਲੇ ਤੋਂ ਬਾਹਰ ਗਿਆ ਬਾਬਾ ਬਿਧੀ ਚੰਦ। ਇੱਕ ਖਿੰਬਰ ਤਬ ਆਨਤ ਭਇਓ। ਤੇ ਜਦੋਂ ਬਾਹਰ ਘਾਹ ਨੂੰ ਲੈਣ ਗਿਆ ਉਸ ਵੇਲੇ ਘਾਹ ਦੇ ਵਿੱਚ ਕਵੀ ਜੀ ਕਹਿੰਦੇ ਘਾਹ ਦੀ ਪੰਡ ਬਣ ਕੇ ਵਿੱਚ ਇੱਕ ਵੱਡਾ ਜਿਹਾ ਪੱਥਰ ਵੀ ਰੱਖ ਲਿਆ। ਦਿਨ ਤ੍ਰਿਣ ਗਨ ਮਹਿ ਰਾਖ ਛਪਾਈ। ਤੇ ਦਿਨ ਦੇ ਸਮੇਂ ਬਾਬਾ ਬਿਧੀ ਚੰਦ ਉਸ ਵੱਡੇ ਜਿਹੇ ਪੱਥਰ ਨੂੰ ਘਾਹ ਦੀ ਪੰਡ ਵਿੱਚ ਲੁਕਾ ਰੱਖਦੇ। ਭਈ ਜਾਮਨੀ ਅਰਧ ਰਖਾਈ। ਤੇ ਜਿਸ ਵੇਲੇ ਰਾਤ ਹੋ ਜਾਂਦੀ ਫਿਰ ਉਹਦੇ ਵਿੱਚੋਂ ਪੱਥਰ ਨੂੰ ਬਾਹਰ ਕੱਢਦੇ। ਹਰ ਬਾਹਨ ਬਨ ਬੇਗ ਬਗਾਇਓ। ਫਿਰ ਪੱਥਰ ਨੂੰ ਬਾਹਰ ਕੱਢ ਕੇ ਬਾਹਾਂ ਦੇ ਜ਼ੋਰ ਦੇ ਨਾਲ ਬਾਬਾ ਬਿਧੀ ਚੰਦ ਬੜੇ ਜ਼ੋਰ ਦੇ ਨਾਲ ਪੱਥਰ ਨੂੰ ਬਾਹਰ ਰਾਵੀ ਦੇ ਵਿੱਚ ਸੁੱਟਣਾ ਕਰਦੇ। ਪਰਿਓ ਨਦੀ ਮਹਿ ਜਲ ਉਲਛਾਇਓ। ਤੇ ਜਦੋਂ ਪੱਥਰ ਜਾ ਕੇ ਰਾਵੀ ਨਦੀ ਵਿੱਚ ਡਿੱਗਾ ਤੇ ਬੜਾ ਹੀ ਜਲ ਨੇ ਛੱਲਾਂ ਮਾਰੀਆਂ, ਬੜਾ ਹੀ ਖੜਾਕਾ ਹੋਇਆ। ਸ਼ਬਦ ਬਿਲੰਦ ਦੁਰਗ ਮਹਿ ਸੁਨਿਓ। ਕਿਲੇ ਦੇ ਵਿੱਚ ਕਵੀ ਜੀ ਕਹਿੰਦੇ ਬੜਾ ਹੀ ਭਾਰੀ ਸ਼ੋਰ ਮਚ ਗਿਆ। ਜਾਗੇ ਸੁਖਤ ਸ਼ੋਰ ਕੋ ਪਨਿਓ। ਸਾਰੇ ਜਿੰਨੇ ਸਿਪਾਹੀ ਸਨ ਐਸਾ ਸ਼ੋਰ ਸੁਣ ਕੇ ਸਾਰੇ ਹੀ ਉੱਠ ਖੜੇ ਹੋਏ। ਬਿਕਤ ਪਾਹਰੂ ਜਾਰ ਮਸਾਲੇ। ਸਾਰਿਆਂ ਨੇ ਸਿਪਾਹੀਆਂ ਨੇ ਉੱਠ ਕਰਕੇ ਬਾਹਰ ਆ ਕੇ ਮਸ਼ਾਲਾਂ ਨੂੰ ਜਗਾਉਣਾ ਕੀਤਾ। ਉਹ ਜਲ ਮਹਿ ਬੜ ਸ਼ਬਦ ਉਠਾਲੇ। ਬਾਹਰ ਆ ਕੇ ਸਿਪਾਹੀ ਬੜੀ ਉੱਚੀ ਆਵਾਜ਼ 'ਚ ਆਵਾਜ਼ ਮਾਰਦੇ ਵੀ ਕੌਣ ਇੰਨੀ ਆਵਾਜ਼ਾਂ ਕਰਦਾ ਏ ਜਲ ਦੇ ਵਿੱਚ। ਖੋਜ ਰਹੇ ਪਾਇਓ ਕੁਛ ਨਾਹੀ। ਹਾਂ, ਕਵੀ ਜੀ ਕਹਿੰਦੇ ਐਵੇਂ ਖੋਜਦੇ ਨੇ ਸਿਪਾਹੀ ਵੀ ਕੋਈ ਜਲ ਦੇ ਵਿੱਚ ਮਿਲ ਜਾਵੇ, ਕਿਹੜਾ ਸਾਡੇ ਦਰਬਾਰ ਵਿੱਚ ਆ ਗਿਆ। ਸਾਡਾ ਸਾਰੇ ਪਾਸੇ ਇੰਨਾ ਤਗੜਾ ਪਹਿਰਾ ਤੇ ਸਾਡੇ ਪਹਿਰੇ ਦੇ ਹੁੰਦੇ ਆ ਕਿਹੜਾ ਇੰਨਾ ਖੜਾਕਾ ਕਰਦਾ ਏ। ਐਵੇਂ ਸਾਰੇ ਪਾਸੇ ਸਿਪਾਹੀ ਵੇਖਦੇ ਪਰ ਉਹਨਾਂ ਦੇ ਹੱਥ ਕੁਝ ਨਾ ਆਇਆ। ਕਹੇ ਬਾਹਰੋਂ ਆਪਸ ਮਾਹੀ। ਫਿਰ ਜਿਹੜੇ ਪਹਿਰੇਦਾਰ ਨੇ ਆਪਸ ਦੇ ਵਿੱਚ ਐਵੇਂ ਗੱਲਾਂ ਕਰਦੇ ਹਨ। ਉਹ ਜਲ ਕੋ ਜੰਤ ਮੱਛ ਤੇ ਆਦ। ਕਹਿੰਦੇ ਲੱਗਦਾ ਏ ਕੋਈ ਜਲ ਦੇ ਵਿੱਚ ਜਿਹੜੇ ਜੀਵ ਹਨ ਜਾਂ ਤਾਂ ਉਹ ਛਾਲਾ ਮਾਰਦੇ ਨੇ ਜਾਂ ਫਿਰ ਕੋਈ ਵੱਡਾ ਮੱਛ ਹੋਵੇਗਾ। ਨੀਰ ਉਛਾਲ ਉਠਾਇਓ ਨਾਦ। ਹਾਂ, ਕੋਈ ਵੱਡਾ ਮੱਛ ਹੋਵੇਗਾ ਜਿਨੇ ਜਲ ਦੇ ਵਿੱਚ ਛਾਲ ਮਾਰ ਕੇ ਇਸ ਪਾਣੀ ਦੇ ਵਿੱਚ ਆਵਾਜ਼ਾਂ ਕੀਤਾ। ਸ਼ਾਹ ਜਹਾਂ ਸਹਿ ਬੇਗਮ ਜਾਗਾ। ਉਸ ਵੇਲੇ ਉਧਰ ਸ਼ਾਹਜਹਾਨ ਉਹ ਵੀ ਆਵਾਜ਼ ਨੂੰ ਸੁਣ ਕੇ ਆਪਣੀ ਬੇਗਮ ਦੇ ਨਾਲ ਉੱਠ ਖੜਾ ਹੋਇਆ। ਰੌਲਾ ਪਰਿਓ ਸੁਨਨ ਸਭ ਲਾਗਾ। ਹਾਂ, ਸਾਰਿਆਂ ਨੇ ਸੁਣਿਆ ਕਿ ਬੜਾ ਹੀ ਭਾਰੀ ਰੌਲਾ ਪਿਆ ਏ। ਸ਼ਬਦ ਦੁਰਗ ਮਹਿ ਵੈ ਕਰ ਰੌਲਾ।
ਬੜਾ ਹੀ ਉੱਚੀ ਆਵਾਜ਼ ਦੇ ਵਿੱਚ ਕਵੀ ਜੀ ਕਹਿੰਦੇ ਇਸ ਕਿਲੇ ਵਿੱਚ ਬੜਾ ਹੀ ਭਿਅੰਕਰ ਰੌਲਾ ਮਚਿਆ। ਨਹਿ ਕਛ ਲਖਿਓ ਪਰ ਨਿਜ ਠੌਰਾ। ਕਿਸੇ ਨੂੰ ਵੀ ਫਿਰ ਕੁਝ ਲੱਭਾ ਨਹੀਂ, ਬੜਾ ਜ਼ੋਰ ਲਾਇਆ ਸਾਰਿਆਂ ਨੇ ਕਿ ਪਤਾ ਤਾਂ ਲੱਗੇ ਇਸ ਰਾਵੀ ਦੇ ਵਿੱਚੋਂ ਕਾਹਦਾ ਖੜਾਕ ਆਇਆ, ਪਰ ਕਿਸੇ ਨੂੰ ਵੀ ਕੁਝ ਪਤਾ ਨਾ ਚੱਲਿਆ। ਕੀਤਕ ਕਹਿਤ ਪਿੰਗਲਾ ਚਾਹਿਓ। ਹਾਂ, ਕੁਝ ਕੁ ਜਿਹੜੇ ਸਿਪਾਹੀ ਸਨ ਵਿਚਾਰ ਕਰਦੇ ਨੇ ਕਿ ਆਪਾਂ ਨੂੰ ਬਾਹਰ ਜਾ ਕੇ ਇਸ ਰਾਵੀ ਦੇ ਕੰਢੇ ਉੱਪਰ ਵੇਖਣਾ ਚਾਹੀਦਾ ਏ। ਕੰਧ ਪੁਰਾਨੀ ਕੇ ਚਤ ਕਹਿਓ। ਵੀ ਜਿਹੜੀ ਕਿਲੇ ਦੀ ਕੰਧ ਏ ਇਹ ਵੀ ਬੜੀ ਪੁਰਾਣੀ ਹੋ ਗਈ ਏ, ਕਿਤੇ ਕੋਈ ਕੰਧ ਹੀ ਨਾ ਡਿੱਗ ਗਈ ਹੋਵੇ, ਇਸ ਲਈ ਜਾ ਕੇ ਅਸੀਂ ਬਾਹਰ ਵੇਖਣਾ ਕਰੀਏ। ਜੈ ਘਟ ਕਾ ਲਗ ਸ਼ੋਰ ਮਚਾਏ। ਐਵੇਂ ਬੜਾ ਹੀ ਸ਼ੋਰ ਜਿਹੜਾ ਏ 2 ਘੜੀਆਂ ਤੱਕ ਮਚਣਾ ਕੀਤਾ। ਬਿਨ ਜਾਣੇ ਗੁਣ ਸਭ ਸੁਖਤਾਏ। ਸਾਰਿਆਂ ਨੇ ਬਿਨਾਂ ਜਾਣਿਆ ਹੀ ਕਿ ਕੀ ਵਾਰਤਾ ਵਾਪਰੀ, ਐਵੇਂ ਸਾਰੇ ਹੀ ਜਾ ਕੇ ਆਪਣੀ ਜਗ੍ਹਾ ਤੇ ਫਿਰ ਸੌਂ ਗਏ। ਰਹੇ ਪਾਹੂ ਬੋਲਤ ਘਨੇ। ਤੇ ਜਿਹੜੇ ਸਿਪਾਹੀ ਪਹਿਰੇਦਾਰ ਸਨ ਕੁਝ ਕੁ, ਉਹ ਆਪਸ ਦੇ ਵਿੱਚ ਬੜੀ ਉੱਚੀ ਆਵਾਜ਼ਾਂ 'ਚ ਗੱਲਾਂ ਕਰਦੇ ਹਨ। ਸ਼ਾਹ ਜਹਾਂ ਕੀ ਚੌਕੀ ਸਨੇ। ਹਾਂ, ਕਵੀ ਜੀ ਕਹਿੰਦੇ ਜਿਹੜੇ ਸ਼ਾਹਜਹਾਨ ਨੇ ਆਪਣੀ ਰਖਵਾਲੀ ਦੇ ਲਈ ਚੌਕੀਦਾਰ ਰੱਖੇ ਸਨ, ਉਹ ਵੀ ਆਪਸ ਵਿੱਚ ਬੜੀ ਉੱਚੀ ਗੱਲਾਂ ਕਰਦੇ। ਵਿਧੀ ਚੰਦ ਬਹੁਦਾਵ ਵਿਚਾਰੇ। ਉਧਰ ਦੂਸਰੇ ਪਾਸੇ ਬਹਾਦਰ ਬਾਬਾ ਵਿਧੀ ਚੰਦ ਆਪਣੇ ਮਨ ਦੇ ਵਿੱਚ ਬੜੇ ਦਾਉ ਪੇਚ ਵਿਚਾਰਦਾ। ਨਿਕਸ ਨਾ ਸਕੇ ਤੁਰੰਗਮ ਦੁਆਰੇ। ਬਾਬਾ ਵਿਧੀ ਚੰਦ ਜੀ ਕਹਿੰਦੇ ਕਿਲੇ ਦੀਆਂ ਦੀਵਾਰਾਂ ਬੜੀਆਂ ਤਗੜੀਆਂ ਨੇ, ਇਹਨਾਂ ਦੀਵਾਰਾਂ ਨੂੰ ਪਾਰ ਕਰਕੇ ਦਰਵਾਜ਼ਿਆਂ ਥਾਣੇ ਬਾਹਰ ਤਾਂ ਮੇਰੇ ਕੋਲ ਨਿਕਲਿਆ ਨਹੀਂ ਜਾਣਾ। ਦੁਰਗ ਕਾਲ ਕੋ ਫੰਦ ਹੈ ਜਬੈ। ਹਾਂ, ਫਿਰ ਕੀ ਕਰਾਂ, ਐਵੇਂ ਵਿਚਾਰਾਂ ਕਰਦੇ ਆ। ਬਾਬਾ ਵਿਧੀ ਚੰਦ ਦੇ ਮਨ ਚ ਆਇਆ ਕਿ ਜੇਕਰ ਇਹ ਕਿਲੇ ਦੀ ਦੀਵਾਰ ਤੋਂ ਮੈਂ ਘੋੜੇ ਨੂੰ ਟਪਾ ਦੇਵਾਂ ਪਰੇ ਬੀਚ ਰਾਵੀ ਕੇ ਤਬੈ। ਤੇ ਘੋੜਾ ਇਸ ਉੱਚੀ ਦੀਵਾਰ ਦੇ ਉੱਪਰੋਂ ਟੱਪ ਕੇ ਰਾਵੀ ਦੇ ਵਿੱਚ ਜਾ ਕੇ ਜੇ ਖੜਾ ਹੋ ਜਾਵੇ, ਤਹਾਂ ਸੰਭਾਰ ਚਲੇ ਜਬ ਘੋਰਾ। ਤੇ ਜਦੋਂ ਰਾਵੀ ਦੇ ਵਿੱਚ ਘੋੜਾ ਜਾ ਕੇ ਛਾਲ ਮਾਰ ਕੇ ਜਾਏਗਾ ਤੇ ਉਹਦੇ ਵਿੱਚ ਆਪਣੇ ਆਪ ਨੂੰ ਸੰਭਾਲ ਕੇ ਜੇ ਖੜਾ ਹੋ ਗਿਆ, ਰੇ ਪਹੁੰਚੋ ਸਤਿਗੁਰ ਕੀ ਓਰਾ। ਫਿਰ ਘੋੜੇ ਨੂੰ ਮੈਂ ਲੈ ਕੇ ਸਤਿਗੁਰਾਂ ਦੇ ਪਾਸ ਚਲਾ ਜਾਵਾਂਗਾ। ਕਿਉਂਕਿ ਦਰਿਆਈ ਘੋੜਾ ਸੀ ਤੇ ਬਾਬਾ ਵਿਧੀ ਚੰਦ ਜੀ ਕਹਿਣ ਲੱਗੇ ਇਸ ਦਰਿਆ ਦੇ ਉੱਪਰ ਹੀ ਭਜਾ ਕੇ ਮੈਂ ਘੋੜੇ ਨੂੰ ਗੁਰੂ ਸਾਹਿਬ ਜੀਆਂ ਕੋਲ ਲੈ ਜਾਵਾਂਗਾ। ਇਸ ਦਿਨ ਅਪਰ ਉਪਾਉ ਨਾ ਕੋ। ਹਾਂ, ਇਹ ਤੋਂ ਇਲਾਵਾ ਹੋਰ ਤਾਂ ਕੋਈ ਚਾਰਾ ਨਹੀਂ ਚੱਲਣਾ। ਦਰਵਾਜ਼ਿਆਂ ਦੇ ਥਾਣੇ ਮੈਂ ਘੋੜੇ ਨੂੰ ਕਿਤੇ ਬਾਹਰ ਨਹੀਂ ਖੜ ਸਕਦਾ। ਇੱਕੋ ਹੀ ਚਾਰਾ ਏ ਕਿ ਇਸ ਕਿਲੇ ਦੀ ਜਿਹੜੀ ਵੱਡੀ ਉੱਚੀ ਦੀਵਾਰ ਹੈ ਇਹਦੇ ਥਾਣੀ ਮੈਂ ਘੋੜੇ ਦੀ ਛਾਲ ਮਰਾ ਦੇਵਾਂ। ਵੱਡ ਟਕਰਾਈ ਸਭ ਥਲ ਜੋ। ਕਿਉਂਕਿ ਹੋਰ ਕਿਤੋਂ ਕਿਉਂ ਨਹੀਂ ਜਾਇਆ ਜਾਣਾ ਕਿ ਏਡੇ ਸਿਪਾਹੀ ਜਿਹੜੇ ਉਸ ਸ਼ਾਹਜਹਾਨ ਨੇ ਆਪਣੇ ਕਿਲੇ ਵਿੱਚ ਲਾਏ ਨੇ। ਲੱਖੋ ਸੈਨਾ ਅੰਤਰ ਬਾਹਰ। ਲੱਖਾਂ ਦੇ ਹਿਸਾਬ ਨਾਲ ਜਿਹੜੀ ਸੈਨਾ ਸੀ ਸ਼ਾਹਜਹਾਨ ਨੇ ਕਿਲੇ ਦੇ ਅੰਦਰ ਵਾਰ ਤੇ ਬਾਹਰ ਵਾਰ ਲਾਈ ਸੀ। ਜੇ ਸੁਧ ਹੋਏ ਚੜੇ ਸਮ ਆਹਰ। ਬਾਬਾ ਜੀ ਕਹਿੰਦੇ ਜੇ ਇਹਨਾਂ ਸਿਪਾਹੀਆਂ ਨੂੰ ਕਿਤੇ ਪਤਾ ਲੱਗ ਗਿਆ ਇਹ ਚੜ੍ਹਾਈ ਕਰਕੇ ਮੈਨੂੰ ਫੜ ਲੈਣਗੇ। ਜੇ ਤੁਰੰਗ ਕੀ ਪੀਠ ਰਹੋ ਮੈਂ। ਹਾਂ, ਪਰ ਇੱਕ ਕੰਮ ਹੋ ਸਕਦਾ ਏ, ਜੇ ਕਰਕੇ ਘੋੜੇ ਦੀ ਪਿੱਠ ਤੇ ਮੈਂ ਸਵਾਰ ਹੋ ਜਾਵਾਂ। ਇੱਕ ਢੂਕਨ ਲਹਿ ਦਿਓ ਕਿਸੋ ਮੈਂ। ਜੇ ਕਿਤੇ ਘੋੜੇ ਦੀ ਪਿੱਠ ਤੇ ਸਵਾਰ ਹੋ ਕੇ ਇਸ ਕਿਲੇ ਦੇ ਵਿੱਚੋਂ ਮੈਂ ਬਾਹਰ ਨੂੰ ਜਾਵਾਂ ਤੇ ਕੋਈ ਐਸਾ ਸੂਰਮਾ ਮਰਦ ਕਿਸੇ ਮਾਂ ਨੇ ਨਹੀਂ ਜੰਮਿਆ ਕਿ ਮੈਨੂੰ ਰਸਤੇ ਦੇ ਵਿੱਚ ਫੜ ਲਵੇ। ਕੰਧ ਆਦ ਤੇ ਹੈ ਨਾ ਰੁਕੇ ਜੀ। ਹਾਂ, ਜੇ ਘੋੜਾ ਇਸ ਕੰਧ ਤੋਂ ਰੁਕੇ ਨਾ, ਭਾਵ ਕੰਧ ਨੂੰ ਜੇ ਪਾਰ ਕਰ ਜੇ, ਕੋਦ ਹੈ ਮਾਥ ਪਹੁੰਚ ਸਕੇ ਜੀ। ਹਾਂ, ਕਿਸੇ ਸੂਰਮੇ ਦੇ ਐਸੇ 2 ਸਿਰ ਨਹੀਂ ਕਿ ਆਪਣਾ ਇੱਕ ਸਿਰ ਮੇਰੇ ਕੋ ਕਟਾ ਕੇ ਤੇ ਦੂਜਾ ਸਿਰ ਉੱਤੇ ਰੱਖ ਲਏ। ਐਸਾ ਕੋਈ ਬਲੀ ਇਸ ਦੁਨੀਆ ਦੇ ਉੱਪਰ ਹੋਰ ਕੋਈ ਪੈਦਾ ਨਹੀਂ ਹੋਇਆ। ਸਤਿਗੁਰ ਹੋਏ ਹੈ ਆਪ ਸਹਾਈ। ਕਿਉਂਕਿ ਗੁਰੂ ਸਾਹਿਬ ਜੀ ਮੇਰੇ ਆਪ ਸਹਾਇਕ ਹਨ। ਇਹ ਸਾਰਾ ਬਲ ਗੁਰੂ ਦਾ ਦਿੱਤਾ ਹੈ। ਇਸ ਲਈ ਕੋਈ ਸੂਰਮਾ ਨਹੀਂ ਜਿਹੜਾ ਗੁਰੂ ਦੇ ਕਾਰਜ ਦੇ ਵਿੱਚ
ਅੱਗੇ ਆ ਕੇ ਅੜ ਜਾਵੇ। ਸੰਸੈ ਕਰਨ ਨ ਮੋਹਿ ਬਨਿਆਈ। ਇਸ ਲਈ ਮੈਨੂੰ ਕੋਈ ਵੀ ਗੁਰੂ ਦੇ ਉੱਪਰ ਸ਼ੱਕ ਕਰਨਾ ਬਣਦਾ ਨਹੀਂ, ਗੁਰੂ ਦੇ ਉੱਪਰ ਭਰੋਸਾ ਰੱਖਣਾ ਚਾਹੀਦਾ। ਥੋੜੇ ਦਿਨ ਮਹਿ ਮੈਂ ਡਿਗ ਹੋਆ। ਐਵੇਂ ਬਾਬਾ ਬਿਧੀ ਚੰਦ ਮਨ ਦੇ ਵਿੱਚ ਵਿਚਾਰਾਂ ਕਰਦੇ ਨੇ ਕਿ ਥੋੜੇ ਦਿਨਾਂ ਦੇ ਵਿੱਚ ਹੀ ਮੈਂ ਗੁਰੂ ਸਾਹਿਬ ਜੀਆਂ ਦੇ ਕੋਲ ਪਹੁੰਚ ਜਾਵਾਂਗਾ। ਅੰਦਰ ਵਹਿਰ ਭੇਵ ਸਭ ਜੂਆ। ਤੇ ਜਿਹੜਾ ਅੰਦਰ ਬਾਹਰ ਦਾ ਸਾਰਾ ਭੇਦ ਹੈ, ਅਪਰ ਬਨਾਤ ਜਾਤ ਸਭ ਕਾਰਜ। ਸਾਰੇ ਜਿੰਨੇ ਵੀ ਕਾਰਜ ਨੇ ਇਹ ਤਾਂ ਗੁਰੂ ਸਾਹਿਬ ਜੀਆਂ ਦੇ ਆਪਣੇ ਨੇ। ਗੁਰੂ ਸਾਹਿਬ ਜੀਆਂ ਨੇ ਕਿਰਪਾ ਕਰਕੇ ਆਪਣਾ ਕਾਰਜ ਆਪੇ ਹੀ ਸਵਾਰ ਲੈਣਾ। ਗੁਰੂ ਭਰੋਸਾ ਤਜੇ ਨਾ ਆਰਜ। ਹਾਂ, ਮੈਨੂੰ ਗੁਰੂ ਦਾ ਭਰੋਸਾ ਜਿਹੜਾ ਹੈ ਉਹ ਛੱਡਣਾ ਨਹੀਂ ਚਾਹੀਦਾ। ਗੁਰੂ ਦੇ ਉੱਪਰ ਜੇ ਭਰੋਸਾ ਰਵੇ ਤੇ ਗੁਰੂ ਸਾਰੇ ਹੀ ਕਾਰਜਾਂ ਨੂੰ ਰਾਸ ਕਰੇਗਾ। ਨਿਤ ਪ੍ਰਤ ਏਵ ਵਿਚਾਰਤ ਦਾਵਾ। ਇਸ ਤਰੀਕੇ ਦੇ ਬਾਬਾ ਬਿਧੀ ਚੰਦ ਜੀ ਮਨ ਦੇ ਵਿੱਚ ਬੜੀਆਂ ਰੋਜ਼ ਹੀ ਵਿਚਾਰਾਂ ਕਰਦੇ। ਗੁਰ ਟਿਕਲੇ ਪਹੁੰਚੋ ਚਿਤ ਚਾਵਾ। ਮਨ ਦੇ ਵਿੱਚ ਬੜੀ ਹੀ ਇੱਛਾ ਆਈ ਕਿ ਇਹਨਾਂ ਘੋੜਿਆਂ ਨੂੰ ਮੈਂ ਗੁਰੂ ਦੇ ਕੋਲ ਲੈ ਜਾਵਾਂਗਾ। ਇੱਕ ਦਿਨ ਸ਼ਾਹ ਜਹਾਂ ਚਲ ਆਇਓ। ਇੱਕ ਦਿਨ ਕਵੀ ਜੀ ਕਹਿੰਦੇ ਫਿਰ ਜਿਹੜਾ ਸ਼ਾਹਜਹਾਨ ਸੀ ਐਵੇਂ ਘੋੜਿਆਂ ਦੇ ਕੋਲ ਚੱਲ ਕੇ ਆਇਆ। ਦਮਕਤ ਦੇਹ ਤੁਰੰਗ ਦਰਸਾਇਓ। ਤੇ ਸ਼ਾਹਜਹਾਨ ਨੇ ਜਦੋਂ ਆ ਕੇ ਵੇਖਿਆ ਕਿ ਘੋੜੇ ਬੜੇ ਹੀ ਚਮਕ ਰਹੇ ਨੇ। ਕਰਤ ਕਸੇਰਾ ਸੇਵ ਖਰੂਆ। ਵੀ ਇਹਦੇ ਕੋਲ ਆ ਜਿਹੜਾ ਵਿਅਕਤੀ ਸੇਵਾ ਕਰਦਾ ਹੈ। ਕਵੀ ਜੀ ਕਹਿੰਦੇ ਉਸ ਵੇਲੇ ਬਾਬਾ ਬਿਧੀ ਚੰਦ ਘੋੜਿਆਂ ਦੇ ਕੋਲ ਸਨ। ਹਰਕਤ ਹਜ਼ਰਤ ਲੋਚਨ ਜੁਆ। ਤੇ ਉਧਰ ਜਿਹੜਾ ਦਰੋਗਾ ਸੀ ਉਹ ਵੀ ਕੋਲ ਸੀ। ਐਵੇਂ ਸ਼ਾਹਜਹਾਨ ਨੇ ਘੋੜਿਆਂ ਦੀ ਐਸੀ ਸ਼ੋਭਾ ਨੂੰ ਵੇਖ ਕੇ ਬੜਾ ਹੀ ਖੁਸ਼ ਹੋਇਆ। ਕਬ ਕੋ ਇਹੋ ਚਾਕਰ ਤੁਮ ਰੱਖਾ। ਸ਼ਾਹਜਹਾਨ ਸੌਂਦੇ ਖਾਂ ਨੂੰ ਕਹਿਣ ਲੱਗਾ ਕਿ ਇਹ ਸੌਂਦੇ ਖਾਂ, ਕਦੋਂ ਤਾਂ ਇਹ ਜਿਹੜਾ ਤੂੰ ਚਾਕਰ ਹੈ ਦਾਸ ਆਪਣੇ ਕੋਲ ਰੱਖਿਆ ਏ। ਆਥਨ ਜੋਰ ਦਰੋਗੇ ਭਾਖਾ। ਫਿਰ ਦਰੋਗੇ ਨੇ ਆਪਣੇ ਦੋਵੇਂ ਹੱਥ ਜੋੜ ਕੇ ਸ਼ਾਹਜਹਾਨ ਨੂੰ ਐਵੇਂ ਕਿਹਾ, ਦਿਨ ਈਖਦ ਬੀਤੇ ਇਸ ਰਹੇ। ਇਹ ਬਾਦਸ਼ਾਹ ਸ਼ਾਹਜਹਾਨ, ਕੁਝ ਕੁ ਦਿਨ ਹੋ ਗਏ ਨੇ ਇਹ ਜਿਹੜਾ ਦਾਸ ਮੈਂ ਰੱਖਿਆ ਏ, ਸੇਵਾ ਕਰਨ ਉਚਿਤ ਬਹੁ ਲਹੇ। ਇਹ ਬੜੇ ਹੀ ਚੰਗੇ ਤਰੀਕੇ ਨਾਲ ਇਹਨਾਂ ਘੋੜਿਆਂ ਦੀ ਸੇਵਾ ਕਰਦਾ। ਮਦਰ ਬੋਲਨੋ ਭਲੋ ਸੁਭਾਉ। ਹਾਂ ਬਾਦਸ਼ਾਹ, ਇਹਦੀ ਜਿਹੜੀ ਬੋਲੀ ਹੈ ਉਹ ਵੀ ਬੜੀ ਮਿੱਠੀ ਹੈ ਟਹਿਲ ਹੈਨ ਕੀ ਮਹਿ ਚਿਤ ਚਾਉ। ਤੇ ਸਦਾ ਹੀ ਘੋੜਿਆਂ ਦੀ ਸੇਵਾ ਦੇ ਵਿੱਚ ਇਹਦਾ ਮਨ ਲੱਗਿਆ ਰਹਿੰਦਾ ਏ। ਜਬ ਕੋ ਰਾਖਿਓ ਦਿਖੈ ਸਵਾਏ। ਜਦੋਂ ਦਾ ਇਹਨੂੰ ਮੈਂ ਆਪਣੇ ਕੋਲ ਰੱਖਿਆ ਸਦਾ ਹੀ ਘੋੜਿਆਂ ਦੇ ਕੋਲ ਰਹਿੰਦਾ ਏ। ਤੇ ਘੋੜਿਆਂ ਦਾ ਜਿਹੜਾ ਸਰੀਰ ਏ ਉਹ ਵੀ ਬੜਾ ਬਲੀ ਹੋ ਉਠਿਆ। ਮਾਲਸ਼ ਕਰਤ ਪਹਿਰ ਹਥਵਾਏ। ਤੇ ਹੱਥ ਦੇ ਉੱਪਰ ਕਾਠੀ ਨੂੰ ਪਾ ਕੇ ਬੜੀ ਹੀ ਇਹਨਾਂ ਘੋੜਿਆਂ ਦੀ ਮਾਲਿਸ਼ ਕਰਦਾ ਏ। ਬੜਾ ਚਿੱਤ ਲਾ ਕੇ ਸੇਵਾ ਕਰਦਾ ਏ। ਮੁਕਤਾ ਸਮ ਦਮਕਤ ਦੁੱਤਨ ਕੀ। ਹਾਂ, ਇਹ ਜਿਹੜੇ ਘੋੜੇ ਨੇ ਕਵੀ ਜੀ ਕਹਿੰਦੇ ਬੜੇ ਹੀ ਚਮਕ ਰਹੇ ਹਨ। ਅਸ ਦੀਪਤ ਇਨ ਕੀਨ ਹੈਨ ਕੀ। ਬੜੀ ਹੀ ਸ਼ਰਧਾ ਦੇ ਨਾਲ ਬਾਬਾ ਬਿਧੀ ਚੰਦ ਨੇ ਘੋੜਿਆਂ ਦੀ ਸੇਵਾ ਕੀਤੀ। ਸਾਚੇ ਪਾਤਸ਼ਾਹ ਕੇ ਘੋਰੇ। ਦਰੋਗਾ ਕਹਿਣ ਲੱਗਾ, ਸ਼ਾਹਜਹਾਨ ਇਹ ਸਦਾ ਹੀ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਦੇ ਘੋੜੇ ਹਨ। ਕਹਿ ਬਹੁ ਬਾਰ ਨਮੋ ਕਰ ਜੂਰੇ। ਤੇ ਬਾਰ-ਬਾਰ ਐਵੇਂ ਕਹਿ ਕੇ ਘੋੜੇ ਦੇ ਅੱਗੇ ਹੱਥ ਜੋੜ ਕੇ ਨਮਸਕਾਰਾਂ ਵੀ ਕਰਦਾ। ਇਸ ਕੋ ਰੁਖ ਬਹੁ ਕਰੇ ਤੁਰੰਗ। ਇਹ ਵੀ ਬੜੀ ਸੇਵਾ ਕਰਦਾ ਘੋੜਿਆਂ ਦੀ। ਉਧਰੋਂ ਜਿਹੜੇ ਦੋਵੇਂ ਘੋੜੇ ਦਿਲਬਾਗ ਤੇ ਗੁਲਬਾਗ ਇਹਦਾ ਬੜਾ ਹੀ ਨੇਹ ਕਰਦੇ ਨੇ, ਬੜਾ ਪਿਆਰ ਕਰਦੇ। ਮਿਲਿਓ ਰਹਿ ਸੰਗੇ ਜਨ ਅੰਗ। ਤੇ ਘੋੜੇ ਇਹਦੇ ਨਾਲ ਐਵੇਂ ਰਹਿੰਦੇ ਨੇ ਕਿ ਜਿਵੇਂ ਇਹਦਾ ਅੰਗ ਹੀ ਬਣ ਗਏ ਹੋਣ। ਸਾਹੁ ਬਦਨ ਵਿਜੇ ਕੋ ਦੇਖਾ। ਉਧਰੋਂ ਜਿਹੜਾ ਸ਼ਾਹਜਹਾਨ ਸੀ ਬਾਦਸ਼ਾਹ ਜੀ ਬੜਾ ਸੀ ਚਲਾਕ ਸੀ ਤੇ ਬੜੇ ਤਰੀਕੇ ਦੇ ਨਾਲ
ਉਸਨੇ ਬਾਬਾ ਬਿਧੀ ਚੰਦ ਵੱਲ ਵੇਖ ਕੇ ਪਰਖ ਕੀਤੀ ਪਰਖਿਓ ਇਹ ਮਤ ਚਤੁਰ ਵਿਸਿੱਖਾ। ਤੇ ਵੇਖ ਕਰਕੇ ਸੋਚਣ ਲੱਗਾ ਕਿ ਵੇਖਣ ਨੂੰ ਤਾਂ ਇਹ ਜਿਹੜਾ ਬੰਦਾ ਬੜਾ ਹੀ ਚਲਾਕ ਤੇ ਸ੍ਰੇਸ਼ਟ ਬੁੱਧੀ ਵਾਲਾ ਲੱਗਦਾ। ਕਹਿਓ ਚਪਲ ਹੀ ਦ੍ਰਿਸ਼ਟੀ ਕਰੀ। ਤੇ ਸ਼ਾਹਜਹਾਨ ਕਹਿਣ ਲੱਗਾ, ਭਾਈ ਤੇ ਵੇਖਣ ਨੂੰ ਬੜਾ ਹੀ ਚਲਾਕ ਹੈ, ਬੜੀ ਸ੍ਰੇਸ਼ਟ ਬੁੱਧੀ ਵਾਲਾ ਹੈ। ਰੱਖੋ ਸਾਦਰ ਸੇਵਾ ਕਰੇ। ਇਹ ਦਰੋਗੇ ਤੂੰ ਸਦਾ ਹੀ ਇਹਨੂੰ ਘੋੜਿਆਂ ਦੀ ਸੇਵਾ ਦੇ ਵਿੱਚ ਰੱਖਣਾ ਕਰ। ਭਾਵ ਪ੍ਰਸੰਨ ਤਨ ਤੁਰੰਗ ਨਿਹਾਰੂ। ਤੇ ਵੇਖ ਕਰਕੇ ਫਿਰ ਸ਼ਾਹਜਹਾਨ ਘੋੜਿਆਂ ਦਾ ਜਦੋਂ ਸਰੀਰ ਵੇਖਿਆ ਐਡਾ ਬਲੀ ਏ ਤੇ ਬੜਾ ਹੀ ਖੁਸ਼ ਹੋਇਆ। ਕਰੀ ਬਖਸ਼ ਤਬ 1000। ਖੁਸ਼ ਹੋ ਕਰਕੇ ਕਹਿੰਦੇ ਸ਼ਾਹਜਹਾਨ ਨੇ ਬਾਬਾ ਬਿਧੀ ਚੰਦ ਨੂੰ 1000 ਮੋਹਰਾਂ ਦਿੱਤੀਆਂ। ਸ਼ਾਹ ਜਾਹ ਨਿਜ ਸਦਨ ਸਿਧਾਰਾ। ਫਿਰ ਸ਼ਾਹਜਹਾਨ ਨੇ ਮੋਹਰਾਂ ਦੇ ਕੇ ਆਪਣੇ ਸਦਨ ਮਹਿਲਾਂ ਵਿੱਚ ਜਾ ਵੜਿਆ। ਤਬ ਇੱਕ ਸੇਰੇ ਤਾਹੇ ਉਚਾਰਾ। ਉਸ ਵੇਲੇ ਕਛੇਰੇ ਨੇ ਭਾਵ ਬਾਬਾ ਬਿਧੀ ਚੰਦ ਨੇ ਆਪਣੇ ਮੁਖ ਦੇ ਵਿੱਚੋਂ ਐਵੇਂ ਬਚਨ ਕਹੇ। ਸੁਨਹੁ ਦਰੋਗਾ ਦਰਬ ਹਜ਼ਾਰੇ। ਹਾਂ ਦਰੋਗਿਆ ਸੁਣਨਾ ਕਰ, ਇਹ ਜਿਹੜੇ 1000 ਰੁਪਈਏ ਨੇ ਮੈਂ ਰਾਖਿਓ ਸਭ ਨਿਕਟ ਤੁਮਾਰੇ। ਇਹ ਸਾਰੇ ਪੈਸੇ ਮੈਂ ਤੇਰੇ ਕੋਲ ਰੱਖਣਾ ਕਰਦਾ ਹਾਂ। ਅਪਰ ਚਾਕਰੀ ਕੋ ਤਨ ਜੋਏ। ਤੇ ਹੋਰ ਜਿਹੜਾ ਧਨ ਤੂੰ ਮੈਨੂੰ ਦੇਣਾ ਕਰਦਾ ਏ ਨੌਕਰੀ ਦਾ, ਉਹ ਵੀ ਤੂੰ ਆਪਣੇ ਕੋਲ ਹੀ ਰੱਖ। ਜਾਗੋ ਸੰਭਾਰਤ ਆਪੇ ਸੋਏ। ਸਾਰਾ ਜਿੰਨਾ ਵੀ ਧਨ ਏ ਤੂੰ ਆਪਣੇ ਕੋਲ ਹੀ ਸੰਭਾਲਣਾ ਕਰ, ਤੇ ਜਦੋਂ ਕਿਤੇ ਲੋੜ ਪਵੇਗੀ ਮੈਂ ਤੇਰੇ ਕੋਲ ਉਦੋਂ ਮੰਗ ਲਵਾਂਗਾ, ਅਜੇ ਤੂੰ ਆਪਣੇ ਕੋਲ ਹੀ ਰੱਖ। ਜਿਸ ਦਿਨ ਮੌਕਾ ਹੋ ਬਨ ਹੈ ਦਿਨਾ। ਜਦੋਂ ਮੈਨੂੰ ਕੋਈ ਸਮਾਂ ਬਣੇਗਾ ਮੈਂ ਤੇਰੇ ਕੋਲੋਂ ਪੈਸੇ ਨੂੰ ਲੈ ਲਵਾਂਗਾ। ਜਿਤ ਕੋ ਚਾਹੋ ਤਬ ਕੀਜੈ ਦਿਨਾ। ਤੇ ਫਿਰ ਤੇਰਾ ਜਿੰਨਾ ਵੀ ਦਿਲ ਕਰੇਗਾ ਨਾ ਉਦੋਂ ਮੈਨੂੰ ਧਨ ਦੇ ਦਵੀਂ। ਮੈਂ ਕਹੋ ਕੁਛ ਕ੍ਰਿਤ ਕਹਿ ਨਹਿ ਜਾਣਹੁ। ਹਾਂ ਸੌਂਦੇ ਖਾ ਮੈਨੂੰ ਜਾਣਨਾ ਕਰ, ਮੈਂ ਕੋਈ ਕ੍ਰਿਤ ਘਣ ਬੰਦਾ ਨਹੀਂ। ਰਾਵਰ ਕੋ ਉਪਕਾਰ ਪਛਾਨਹੁ। ਹਾਂ ਤੂੰ ਮੇਰੇ ਤੇ ਬੜਾ ਉਪਕਾਰ ਕੀਤਾ ਘੋੜਿਆਂ ਦੀ ਸੇਵਾ ਚ ਲਾ ਕੇ, ਤੇ ਮੈਂ ਤੇਰਾ ਉਪਕਾਰ ਪਛਾਨਣਾ ਕੀਤਾ ਏ। ਤਨ ਮਨ ਧਨ ਤੇ ਹੋ ਅਨੁਸਾਰੀ। ਮੈਂ ਤਨ ਕਰਕੇ ਸਰੀਰ ਕਰਕੇ ਧਨ ਕਰਕੇ ਤੇਰਾ ਬੜਾ ਹੀ ਉਪਕਾਰੀ ਹਾਂ, ਤੇਰਾ ਆਸਾਨਮੰਦ ਹਾਂ, ਤੂੰ ਮੈਨੂੰ ਸੇਵਾ ਦੇ ਵਿੱਚ ਲਾਉਣਾ ਕੀਤਾ। ਆਨ ਸਮੀਪੀ ਲਗੇ ਤੁਮਾਰੀ। ਹਾਂ ਮੇਰੇ ਵੱਡੇ ਭਾਗ ਨੇ ਕਿ ਮੈਂ ਤੇਰੇ ਕੋਲ ਆ ਪੁੱਜਾ। ਸੁਨ ਮ੍ਰਿਤ ਬਾਪ ਦਰੋਗਾ ਹਰਖਿਓ। ਉਸ ਵੇਲੇ ਬਾਬਾ ਬਿਧੀ ਚੰਦ ਦੀਆਂ ਮਿੱਠੀਆਂ ਜੀਆਂ ਗੱਲਾਂ ਸੁਣ ਕੇ ਸੌਂਦੇ ਖਾਂ ਦਰੋਗਾ ਜਿਹੜਾ ਬੜਾ ਖੁਸ਼ ਹੋਇਆ। ਲੋਭੀ ਹੋਏ ਅਲੋਭੀ ਪਰਖਿਓ। ਸੌਂਦੇ ਖਾਂ ਕਹਿੰਦਾ ਮੈਂ ਤੇ ਸੋਚਿਆ ਸੀ ਖੌਰੇ ਇਹ ਬੜਾ ਲਾਲਚੀ ਹੋਵੇਗਾ, ਪਰ ਇਹਦੇ ਮਨ ਦੇ ਵਿੱਚ ਤਾਂ ਕੋਈ ਲਾਲਚ ਨਹੀਂ। ਲੈ ਧਨ ਕੋ ਨਿਜ ਸਦਨ ਪਠਾਇਓ। ਐਵੇਂ ਧਨ ਲੈ ਕੇ ਦਰੋਗੇ ਨੇ ਤੇ ਬਾਬਾ ਬਿਧੀ ਚੰਦ ਨੂੰ ਆਪਣੇ ਘਰ ਭੇਜ ਦਿੱਤਾ ਵਾਪਸ। ਵਿਧੀਏ ਪਰ ਭਰੋਸ ਬਹੁ ਪਾਇਓ। ਤੇ ਬਾਬਾ ਬਿਧੀ ਚੰਦ ਦੇ ਉੱਪਰ ਬੜਾ ਹੀ ਭਰੋਸਾ ਹੋ ਗਿਆ ਸੌਂਦੇ ਖਾਨ ਨੂੰ। ਗਨ ਦਾਸਨ ਤੇ ਆਛੂ ਠਾਨਾ। ਹਾਂ ਦਰੋਗੇ ਨੇ ਵੇਖਿਆ ਕਿ ਜਿੰਨੇ ਵੀ ਮੇਰੇ ਦਾਸ ਨੇ ਇਹਨਾਂ ਸਾਰਿਆਂ ਤੋਂ ਇਹ ਬੜਾ ਹੀ ਭਲਾ ਪੁਰਸ਼ ਏ। ਸਭ ਅਨੁਸਾਰ ਕਰੇ ਹਿਤ ਮਾਨਾ। ਫਿਰ ਐਵੇਂ ਦਰੋਗੇ ਦਾ ਮਨ ਕੀਤਾ ਕਿਉਂ ਨਾ ਜਿਹੜੇ ਸਾਰੇ ਨੌਕਰ ਚਾਕਰ ਨੇ ਮੈਂ ਇਹਦੇ ਅਨੁਸਾਰ ਹੀ ਕਰ ਦੇਵਾਂ, ਇਹਦੇ ਹੁਕਮ ਦੇ ਅਧੀਨ ਕਰ ਦੇਵਾਂ। ਸਭ ਪਰ ਹੁਕਮ ਕਰਨ ਕੋ ਲਾਗਾ। ਐਵੇਂ ਬਾਬਾ ਬਿਧੀ ਚੰਦ ਜੀ ਜਿੰਨੇ ਵੀ ਸਿਪਾਹੀ ਸਨ ਦਾਸ ਸਨ ਸਾਰਿਆਂ ਦੇ ਉੱਪਰ ਹੁਣ ਹੁਕਮ ਚਲਾਉਣ ਲੱਗਾ ਏ। ਮੇਰਿਓ ਰਹਿ ਕਰ ਕਰ ਅਨੁਰਾਗਾ। ਤੇ ਸਾਰਿਆਂ ਦੇ ਨਾਲ ਬੜਾ ਖੁਸ਼ ਹੋ ਕੇ ਬਾਬਾ ਬਿਧੀ ਚੰਦ ਜੀ ਮਿਲਣਾ ਕਰਦੇ। ਜਥਾ ਸਖਾ ਬਨ ਤਿਨ ਸਮ ਹੋਏ। ਕਵੀ ਜੀ ਕਹਿੰਦੇ ਮੰਨਣਾ ਕਰੋ ਜਿਵੇਂ ਕੋਈ ਯਾਰ ਬੇਲੀ ਆਪਸ ਦੇ ਵਿੱਚ ਵਿਚਰਦੇ ਨੇ ਰਹਿੰਦੇ ਨੇ, ਐਵੇਂ ਬਾਬਾ ਬਿਧੀ ਚੰਦ ਯਾਰਾਂ ਬੇਲੀਆਂ ਵਾਂਗ ਇਹਨਾਂ ਸਿਪਾਹੀਆਂ ਦੇ ਨਾਲ ਰਹਿਣ ਲੱਗ ਪਿਆ। ਕਥਾ ਕਰੇ ਬੋਲਨ ਮ੍ਰਿਦ ਸੋਏ। ਹਾਂ ਜਿਵੇਂ ਬਾਬਾ ਬਿਧੀ ਚੰਦ ਜੀ ਮੁਖ ਦੇ ਵਿੱਚੋਂ ਮਿੱਠੀ ਬੋਲੀ ਬੋਲਦੇ,
ਐਵੇਂ ਸਾਰੇ ਸਿਪਾਹੀ ਬੜਾ ਹੀ ਮਿੱਠਾ ਬੋਲਦੇ ਬਾਬਾ ਜੀ ਨੂੰ। ਤਿਮਰ ਭਏ ਜੀਵਨ ਘਰ ਜਾਵੇ। ਤੇ ਜਦੋਂ ਰਾਤ ਦਾ ਸਮਾਂ ਹੋ ਜਾਂਦਾ, ਬਾਬਾ ਬਿਧੀ ਚੰਦ ਜੀ ਵਾਪਸ ਭਾਈ ਜੀਵਨ ਦੇ ਘਰ ਪਹੁੰਚਦੇ। ਕਰਿਓ ਕ੍ਰਿਤ ਕੋ ਭੋਜਨ ਖਾਵੇ। ਆਪਣਾ ਕਾਰ ਵਿਹਾਰ ਸਾਰਾ ਕਰਕੇ ਤੇ ਭਾਈ ਜੀਵਨ ਦੇ ਘਰ 'ਚ ਜਾ ਕੇ ਪ੍ਰਸ਼ਾਦਾ ਛਕਦੇ ਨੇ, ਕਿਉਂਕਿ ਮੁਗਲਾਂ ਦੇ ਘਰ ਦਾ ਛਕਦੇ ਨਹੀਂ। ਕਹਿੰਦੇ ਜੇ ਮੈਂ ਮੁਗਲਾਂ ਦਾ ਛਕ ਲਿਆ ਫਿਰ ਗੁਰੂ ਦੇ ਨਾਲ ਲੂਣ ਹਰਾਮੀ ਹੋਵੇਗੀ, ਗੁਰੂ ਦੇ ਵੱਲ ਮੇਰੀ ਪਿੱਠ ਹੋ ਜਾਣੀ। ਐਵੇਂ ਬਾਬਾ ਬਿਧੀ ਚੰਦ ਜੀ ਸਾਰਾ ਕਾਰਜ ਕਰਕੇ ਭਾਈ ਜੀਵਨ ਦੇ ਘਰ ਜਾ ਕੇ ਪ੍ਰਸ਼ਾਦਾ ਛਕਦੇ। ਸੁਖਤ ਹੈ ਆਨ ਹੈਨ ਕੇ ਪਾਸਾ। ਫਿਰ ਪ੍ਰਸ਼ਾਦਾ ਪਾਣੀ ਛਕ ਕੇ ਆ ਕੇ ਫਿਰ ਕਿਲੇ ਦੇ ਵਿੱਚ ਘੋੜਿਆਂ ਦੇ ਕੋਲ ਹੀ ਸੌਣਾ ਕਰਦੇ ਹਨ। ਛਿਨ ਛਿਨ ਕਰ ਤੇ ਦੇਹ ਦਿਲਾਸਾ। ਤੇ ਘੋੜਿਆਂ ਦੇ ਕੋਲ ਜਾ ਕੇ ਵਾਰ-ਵਾਰ ਬਾਬਾ ਬਿਧੀ ਚੰਦ ਜੀ ਦਿਲਾਸਾ ਦਿੰਦੇ ਨੇ ਕਿ ਬਸ ਥੋੜੇ ਹੀ ਦਿਨ ਨੇ, ਹੁਣ ਤੁਹਾਨੂੰ ਇਥੋਂ ਕੈਦ ਦੇ ਵਿੱਚੋਂ ਛਡਾ ਲੈ ਜਾਣਾ। ਪ੍ਰਾਣ ਬਲੋਚਨ ਪਹੁੰਚੈ ਚੀਰ। ਫਿਰ ਜਿਵੇਂ ਬਾਬਾ ਬਿਧੀ ਚੰਦ ਜੀ ਪਹਿਲਾਂ ਸੇਵਾ ਕਰਦੇ ਘੋੜਿਆਂ ਦੀ, ਉਵੇਂ ਹੀ ਫਿਰ ਆ ਕੇ ਘੋੜਿਆਂ ਦੀਆਂ ਅੱਖਾਂ ਨੂੰ ਸਾਫ਼ ਕਰਦੇ, ਘੋੜਿਆਂ ਦੀ ਨਾਸਕਾਂ ਨੂੰ ਸਾਫ਼ ਕਰਦੇ ਤੇ ਘੋੜਿਆਂ ਦੀ ਜਿਹੜੀ ਸੁੰਦਰ ਪੂਛ ਹੈ ਉਹ ਬੜੇ ਚੰਗੇ ਤਰੀਕੇ ਨਾਲ ਸਾਫ਼ ਕਰਦੇ। ਹਰ ਕੋ ਫੇਰ ਹੈ ਸਰਬ ਸਰੀਰ। ਫਿਰ ਐਵੇਂ ਸਾਰੇ ਸਰੀਰ ਦੇ ਉੱਪਰ ਬਾਬਾ ਬਿਧੀ ਚੰਦ ਬੜੇ ਤਰੀਕੇ ਦੇ ਨਾਲ ਮਾਲਿਸ਼ ਕਰਦੇ ਨੇ। ਸੁੰਭ ਗਾਮ ਚੀ ਦੁਮ ਚੀ ਚਾਰੂ। ਤੇ ਫਿਰ ਐਵੇਂ ਹੀ ਬਾਬਾ ਬਿਧੀ ਚੰਦ ਘੋੜੇ ਨੂੰ ਅੱਗੋਂ ਪਿੱਛੋਂ ਚੰਗੀ ਤਰ੍ਹਾਂ ਸਾਫ਼ ਕਰਦੇ, ਘੋੜੇ ਦੇ ਗਿੱਟਿਆਂ ਨੂੰ ਸਾਫ਼ ਕਰਦੇ ਹਨ। ਬਾਰ ਬਾਰ ਕਰ ਉਤਾਰ ਸੁਧਾਰੂ। ਵਾਰ-ਵਾਰ ਕਰਕੇ ਐਵੇਂ ਘੋੜੇ ਨੂੰ ਸਾਫ਼ ਕਰਦੇ। ਨਿਸਨਹਿ ਨਿੰਦਰਾ ਤਿਆਗਨ ਕੀਨ। ਮਨ ਦੇ ਵਿੱਚ ਗੁਰੂ ਘਰ ਦੀ ਸੇਵਾ ਨੂੰ ਠਾਣ ਕੇ ਰਾਤ ਦੇ ਸਮੇਂ ਬਾਬਾ ਜੀਆਂ ਦੀ ਅੱਖਾਂ ਦੇ ਵਿੱਚੋਂ ਨੀਂਦ ਵੀ ਉੱਡ ਗਈ, ਰਾਤ ਨੂੰ ਸੌਂਦੇ ਨਹੀਂ। ਬਾਸੁਰ ਮਹਿ ਆਲਸ ਤਜ ਦੀਨ। ਤੇ ਦਿਨ ਦੇ ਸਮੇਂ ਬਾਬਾ ਜੀਆਂ ਨੇ ਜਿੰਨਾ ਆਲਸ ਸੀ ਸਾਰਾ ਆਲਸ ਤਿਆਗ ਦਿੱਤਾ। ਮਨ ਮੈਂ ਕਰੇ ਵਿਚਾਰਨ ਕਨੋ। ਮਨ ਦੇ ਵਿੱਚ ਬੜੇ ਤਰੀਕੇ ਦੀਆਂ ਵਿਚਾਰਾਂ ਕਰਦੇ ਨੇ। ਨੀਕੇ ਕਾਮ ਸਗਲ ਹੀ ਬਨੋ। ਹਾਂ, ਬਾਬਾ ਬਿਧੀ ਚੰਦ ਜੀ ਕਹਿੰਦੇ ਗੁਰੂ ਦਾ ਚੰਗਾ ਸ੍ਰੇਸ਼ਟ ਕਾਰਜ ਇਹ ਤਾਂ ਹੁਣ ਬਾਣੀ ਜਾਵੇਗਾ। ਬਿਨਾ ਜੀਨ ਹੋਏ ਨਾ ਸਵਾਰੀ। ਹਾਂ, ਫਿਰ ਵੀ ਘੋੜੇ ਦੇ ਉੱਪਰ ਸਵਾਰ ਹੋਣ ਦੇ ਲਈ ਕੋਈ ਕਾਠੀ ਦੀ ਲੋੜ ਹੈ। ਕਾਠੀ ਤੋਂ ਬਿਨਾ, ਜੀਣ ਤੋਂ ਬਿਨਾ ਘੋੜੇ ਦੇ ਉੱਪਰ ਸਵਾਰ ਨਹੀਂ ਹੋਇਆ ਜਾਏਗਾ। ਇਸ ਥਲ ਹੈ ਨ ਤੇ ਸੁਧ ਸਾਰੀ। ਹਾਂ, ਪਰ ਮੈਂ ਜਾਣਦਾ ਨਹੀਂ ਕਿ ਘੋੜਿਆਂ ਦੀ ਜਿਹੜੀ ਕਾਠੀ ਹੈ ਉਹ ਕਿਸ ਜਗ੍ਹਾ ਤੇ ਇਹਨਾਂ ਮੁਗਲਾਂ ਨੇ ਰੱਖੀ ਏ। ਜਬ ਲੋ ਜੀਨ ਨ ਕਰ ਮਹਿ ਪਾਵੇਂ। ਜਦੋਂ ਤੱਕ ਇਹਦੀ ਕਾਠੀ ਮੇਰੇ ਹੱਥ ਦੇ ਵਿੱਚ ਨਾ ਆ ਜਾਵੇ, ਤਬ ਲੋ ਕਾਰਜ ਨਹਿ ਬਨ ਆਵੇ। ਹਾਂ, ਉਦੋਂ ਤੱਕ ਇਹ ਜਿਹੜਾ ਕਾਰਜ ਘੋੜਿਆਂ ਨੂੰ ਇੱਥੋਂ ਖੜਨ ਦਾ ਇਹ ਬਣ ਨਹੀਂ ਆਵੇਗਾ। ਇਮ ਤੁਰਕਤ ਚਿਤ ਦਾਵ ਵਿਚਾਰਾ। ਐਵਾਂ ਮਨ ਦੇ ਵਿੱਚ ਸੋਚਦੇ ਸੋਚਦੇ ਬਾਬਾ ਬਿਧੀ ਚੰਦ ਜੀ ਬੜੇ ਦਾਉ ਪੇਚ ਲਾਉਂਦੇ ਨੇ। ਮਿਲਿਓ ਸਖਾ ਸਮ ਜਿਸ ਟਿਕ ਤਾਰਾ। ਬਾਬਾ ਬਿਧੀ ਚੰਦ ਜੀ ਫਿਰ ਉੱਥੇ ਜਾਂਦੇ ਜਿਹਦੇ ਕੋਲ ਸਟੋਰ ਵਾਲੇ ਕਮਰੇ ਦੀਆਂ ਜਿੱਥੇ ਕਾਠੀਆਂ ਪਈਆਂ ਸਨ, ਉਹ ਕਮਰੇ ਦੀਆਂ ਜਿਹਦੇ ਕੋਲ ਚਾਬੀਆਂ ਸੀ। ਫਿਰ ਬਾਬਾ ਬਿਧੀ ਚੰਦ ਉਹਦੇ ਕੋਲ ਜਾ ਪੁੱਜੇ ਕਹਿ ਕਹਿ ਮ੍ਰਿਦ ਬਾਪਨ ਅਪਨਾਇਓ। ਤੇ ਜਾ ਕੇ ਬਾਬਾ ਬਿਧੀ ਚੰਦ ਜੀ ਬੜੀ ਮਿੱਠੀ ਬੋਲੀ ਦੇ ਵਿੱਚ ਬੋਲ ਕੇ ਸਾਰਿਆਂ ਨੂੰ ਆਪਣਾ ਬਣਾ ਲਏ। ਹਾਸ ਵਿਲਾਸਨ ਕਰ ਹਰ ਖਾਇਓ। ਸਾਰਿਆਂ ਦੇ ਨਾਲ ਬੜਾ ਹੀ ਹਾਸ ਵਿਲਾਸ ਕਰਕੇ ਬੜੇ ਖੁਸ਼ ਹੁੰਦੇ ਨੇ। ਮਿਲ ਸਭ ਸੋ ਕਰ ਬਾਤ ਨ ਪੂਰੀ। ਫਿਰ ਜਦੋਂ ਸਾਰੇ ਸਿਪਾਹੀ ਕੋਲ ਖੜੇ ਸਾਰਿਆਂ ਦੇ ਨਾਲ ਮਿਲ ਕੇ ਬਾਬਾ ਬਿਧੀ ਚੰਦ ਨੇ ਇਹ ਗੱਲ ਨੂੰ ਤੋਰਿਆ। ਲਖੇ ਗਵਾਰ ਜਾਟ ਮਤ ਥੋਟੀ। ਤੇ ਜਦੋਂ ਬਾਬਾ ਬਿਧੀ ਚੰਦ ਸਾਰਿਆਂ ਦੇ ਵਿੱਚ ਬੜੀਆਂ ਹੱਸ-ਹੱਸ ਕੇ ਗੱਲਾਂ ਕਰਦੇ, ਸਾਰੇ ਵੇਖ ਕੇ ਜਾਣਦੇ ਕੋਈ ਗਵਾਰ ਜਿਹਾ ਹੀ ਜੱਟ ਲੱਗਦਾ ਏ ਜਿਹੜਾ ਐਸੀਆਂ ਗੱਲਾਂ ਕਰਦਾ ਜਿਹਦੀ ਮੱਤ ਥੋੜੀ ਹੈ। ਸੁਨ ਸੁਨ ਹਸੇ ਮੋਦ ਉਪਜਾਵੇਂ।
ਫਿਰ ਵੀ ਸਿਪਾਹੀ ਜਿਹੜੇ ਬਾਬਾ ਬਿਧੀ ਚੰਦ ਦੀਆਂ ਗੱਲਾਂ ਨੂੰ ਸੁਣ ਕੇ ਬੜਾ ਹੀ ਹੱਸਦੇ ਨੇ। ਲਗਿਓ ਸਭਨਾ ਪ੍ਰੀਤ ਰਜਾਵੇ। ਸਾਰਿਆਂ ਦੇ ਹਿਰਦੇ ਵਿੱਚ ਬੜਾ ਹੀ ਚੰਗਾ ਲੱਗਦਾ, ਸਾਰਿਆਂ ਦੇ ਹਿਰਦੇ ਨੂੰ ਖੁਸ਼ ਕਰ ਦਿੰਦੇ। ਦੋਹਰਾ ਇੱਕ ਦਿਨ ਬੈਠਿਓ ਸਭਨ ਮਹਿ। ਐਵੇਂ ਇੱਕ ਦਿਨ ਬਾਬਾ ਬਿਧੀ ਚੰਦ ਸਾਰੇ ਹੀ ਜਿਹੜੇ ਸਿਪਾਹੀ ਨੇ ਉਹਨਾਂ ਦੇ ਝੁੰਡ ਵਿੱਚ ਬੈਠੇ ਨੇ ਭਨਤ ਜਾਨ ਸਮਾਨ। ਤੇ ਸਾਰਿਆਂ ਦੇ ਕੋਲ ਬੈਠ ਕੇ ਐਵੇਂ ਗੱਲ ਕਰਦੇ। ਘੋਰੇ ਸੱਚ ਪਾਤਸ਼ਾਹ ਕੇ। ਬਾਬਾ ਬਿਧੀ ਚੰਦ ਕਹਿਣ ਲੱਗੇ, ਸਿਪਾਹੀਓ ਇਹ ਜਿਹੜੇ ਘੋੜੇ ਨੇ ਸੱਚੇ ਪਾਤਸ਼ਾਹ ਦੇ। ਬਲੀ ਚਲਾਕ ਮਹਾਨ। ਘੋੜੇ ਬੜੇ ਹੀ ਬਲੀ ਨੇ ਤੇ ਬੜੇ ਚਲਾਕ ਹਨ। ਚਾਪਈ ਹਜ਼ਰਤ ਹਿਰਨ ਹੇਤ ਰਖਾਏ। ਇਹਨਾਂ ਘੋੜਿਆਂ ਨੂੰ ਇਹ ਜਿਹੜਾ ਸ਼ਾਹਜਹਾਨ ਏ ਇਹਨੇ ਬਸ ਵੇਖਣ ਦੇ ਲਈ ਰੱਖਿਆ ਏ। ਜਿਨ ਦਰਸ਼ਨ ਤੇ ਉਰ ਹਰ ਖਾਏ। ਹਾਂ, ਜਿਨ੍ਹਾਂ ਘੋੜਿਆਂ ਨੂੰ ਵੇਖ ਕੇ ਇਹਦੇ ਹਿਰਦੇ ਵਿੱਚ ਬੜੀ ਖੁਸ਼ੀ ਹੁੰਦੀ। ਇਸ ਬਿਦ ਰਹੇ ਇਸੀ ਥਲ ਖਰੇ। ਤੇ ਸਾਰੇ ਸਿਪਾਹੀਆਂ ਦੇ ਕੋਲ ਹੁਣ ਬਾਬਾ ਬਿਧੀ ਚੰਦ ਕਿਸੇ ਤਰੀਕੇ ਨਾਲ ਕਾਠੀ ਦਾ ਵੀ ਪਤਾ ਕਰਨਾ ਸੀ ਕਿ ਕਾਠੀ ਕਿੱਥੇ ਆ, ਜਿਹਨੂੰ ਉੱਪਰ ਪਾ ਕੇ ਘੋੜੇ ਤੇ ਸਵਾਰ ਹੋਵਾਂ। ਇਵੇਂ ਬੜੀਆਂ ਗੱਲਾਂ ਜੀਆਂ ਬਣਾ ਕੇ ਬਾਬਾ ਬਿਧੀ ਚੰਦ ਦੇ ਨਾਲ ਲੋਕਾਂ ਦੇ ਨਾਲ ਗੱਲਾਂ ਕਰਦੇ ਨੇ ਕਿ ਜਿਹੜਾ ਸ਼ਾਹਜਹਾਨ ਏ ਕਦੀ ਇਹਦੇ ਉੱਪਰ ਸਵਾਰ ਵੀ ਹੋਇਆ ਏ ਜਾਂ ਫਿਰ ਘੋੜੇ ਇੱਥੇ ਹੀ ਖੜੇ ਰਹਿੰਦੇ ਨੇ। ਕਿਦਾ ਜੀਨ ਵੀ ਡਾਰਨ ਕਰੈ। ਹਾਂ, ਮੈਨੂੰ ਦੱਸਣਾ ਵੀ ਕਰੋ ਕਿ ਕਦੀ ਇਹਨਾਂ ਦੇ ਉੱਪਰ ਸ਼ਾਹਜਹਾਨ ਨੇ ਕਾਠੀ ਵੀ ਪਾਈ ਕਿ ਨਹੀਂ। ਸੁਨ ਇੱਕ ਬੋਲਿਓ ਪੇ ਮਤ ਭੋਰੇ। ਐਵੇਂ ਸੁਣ ਕੇ ਇੱਕ ਸਿਪਾਹੀ ਬੋਲਿਆ ਕਿ ਹੇ ਥੋੜੀ ਮਤ ਵਾਲੇ ਭੋਲੇ ਬੰਦੇ, ਇਨਕੇ ਜੀਨ ਨਹੀਂ ਮੁੱਲ ਥੋਰੇ। ਹਾਂ, ਇਹਨਾਂ ਘੋੜਿਆਂ ਦੀ ਜਿਹੜੀ ਕਾਠੀ ਏ ਕੋਈ ਥੋੜੇ ਮੁੱਲ ਵਾਲੀ ਨਹੀਂ। ਜਬਰ ਜਵਾਹਰ ਜਾਹਰ ਜਏ। ਹਾਂ, ਤੂੰ ਤਾਂ ਭੋਲਾ ਬੰਦਾ ਏ, ਜਾਣਦਾ ਨਹੀਂ ਕੁਝ। ਇਹ ਸ਼ਾਹਜਹਾਨ ਦੇ ਘੋੜੇ ਨੇ, ਇਹਨਾਂ ਦੀ ਜਿਹੜੀ ਕਾਠੀ ਏ ਥੋੜੇ ਮੁੱਲ ਵਾਲੀ ਨਹੀਂ। ਕਾਠੀ ਦੇ ਵਿੱਚ ਬੜੇ ਹੀ ਹੀਰੇ ਜਵਾਹਰਾਤ ਜੜੇ ਨੇ ਚਾਮੀ ਕਰ ਵਹਿ ਦੀਪਤ ਖਰੇ। ਤੇ ਬੜੇ ਹੀ ਜਿਹੜੇ ਹੀਰੇ ਜਵਾਹਰਾਤ ਨੇ ਕਾਠੀ ਦੇ ਵਿੱਚ ਚਮਕਦੇ ਹਨ। ਮੁਕਤਾ ਕੋਰਦਾਰ ਬਹੁ ਹੀਰੇ। ਤੇ ਇਹਦੀ ਕਾਠੀ ਦੇ ਵਿੱਚ ਬੜੇ ਤਰੀਕੇ ਦੇ ਵੱਖੋ ਵੱਖ ਹੀਰੇ ਲੱਗੇ ਹਨ। ਕਾਰੀਗਰ ਨ ਚਕੋਰਨ ਚੀਰੇ। ਤੇ ਕਾਰੀਗਰ ਨੇ ਬੜੀ ਰੀਝ ਦੇ ਨਾਲ ਇਸ ਕਾਠੀ ਨੂੰ ਬਣਾਉਣਾ ਕੀਤਾ। ਤਿਨ ਕੀ ਪੰਕਤ ਸੋਭਤ ਐਸੀ। ਹਾਂ, ਸਿਪਾਹੀ ਕਹਿਣ ਲੱਗੇ, ਭੋਲੇ ਬੰਦਿਆ ਇਹ ਕਾਠੀ ਦੀ ਜਿਹੜੀ ਹੀਰਿਆਂ ਦੀ ਪੰਕਤੀ ਹੈ ਉਹ ਐਵੇਂ ਸੋਭਦੀ ਏ ਦੀਪਤ ਗਗਨ ਮੈਂ ਤਾਰਨ ਜੈਸੀ। ਜਿਵੇਂ ਅਸਮਾਨ ਦੇ ਵਿੱਚ ਤਾਰੇ ਚਮਕਦੇ ਨੇ ਇਵੇਂ ਕਾਠੀ ਦੇ ਉੱਪਰ ਲੱਗੇ ਹੀਰੇ ਜਵਾਹਰਾਤ ਚਮਕਦੇ ਨੇ। ਕਬੋ ਨਾ ਤੈ ਦੇਖਿਓ ਕਿਮ ਕੋਈ। ਹਾਂ, ਪਰ ਤੂੰ ਤਾਂ ਗਰੀਬ ਜਿਹਾ ਲੱਗਦਾ, ਕਦੀ ਤੂੰ ਵੇਖੀ ਨਹੀਂ ਹੋਣੀ ਐਡੀ ਕੀਮਤੀ ਕਾਠੀ। ਜੀਨ ਦੁਰੰਗਨ ਇਨ ਸਮਝੋਈ। ਇਹਦੇ ਸਮਾਨ ਦੁਨੀਆ ਦੇ ਉੱਪਰ ਕੋਈ ਵੀ ਕਾਠੀ ਜੀਨ ਪੈਦਾ ਨਹੀਂ ਹੋਈ, ਕਿਸੇ ਬਣਾਈ ਨਹੀਂ। ਸਵਾ ਲਾਖ ਕੀਮਤ ਦਿਨ ਕੇਰੀ। ਹਾਂ, ਫਿਰ ਤੂੰ ਇਹ ਵੀ ਸੁਣਨਾ ਕਰ ਹੁਣ ਕਾਠੀ ਦੀ ਕੀਮਤ ਕਿੰਨੀ ਹੈ। ਇਸ ਕਾਠੀ ਦੀ ਕੀਮਤ 1.25 ਲੱਖ ਰੁਪਈਆ ਏ। ਤੁਮ ਸਮਾਨ ਕਬ ਹੋਏ ਨਹੇਰੀ। ਹਾਂ, ਤੇਰੇ ਵਰਗਾ ਗਰੀਬੜਾ ਜਿਹਾ ਐਡੀ ਕੀਮਤੀ ਕਾਠੀ ਕਿੱਥੇ ਵੇਖੀ ਹੋਵੇਗੀ। ਕੌਣ ਗਵਾਰਨ ਕੋ ਦਿਖਰਾਵੇ। ਹਾਂ, ਤੂੰ ਤਾਂ ਵੇਖਣ ਨੂੰ ਕੋਈ ਗਵਾਰ ਜਿਹਾ ਮੂਰਖ ਜਿਹਾ ਹੀ ਲੱਗਦਾ ਏ ਤੇ ਤੇਰੇ ਵਰਗਿਆਂ ਨੂੰ ਕੌਣ ਐਡੀਆਂ ਕੀਮਤੀ ਕਾਠੀਆਂ ਦਿਖਾਉਂਦਾ ਏ। ਸ਼ਾਹੋ ਸਮੀਪ ਹੋਣ ਨਹਿ ਪਾਵੇਂ। ਕਿਉਂਕਿ ਤੇਰੇ ਵਰਗੇ ਸ਼ਾਹਜਹਾਨ ਤੇ ਕਦੀ ਨਜ਼ਦੀਕ ਨਹੀਂ ਹੋ ਸਕਦੇ। ਬਿਨਾ ਸ਼ਾਹੋ ਕੇ ਕੌਣ ਦਿਖਰਾਵੇ। ਹਾਂ, ਉਧਰ ਸ਼ਾਹਜਹਾਨ ਤੋਂ ਬਿਨਾ ਐਡੀ ਕੀਮਤੀ ਕਾਠੀ ਕੌਣ ਰੱਖ ਸਕਦਾ ਏ। ਤੋ ਧਨ ਕੋ ਖਰਚ ਲਗਾਵੇ। ਜਿੰਨਾ ਧਨ ਲਾ ਕੇ ਸ਼ਾਹਜਹਾਨ ਨੇ ਏਡੀ ਕੀਮਤੀ ਕਾਠੀ ਬਣਾਈ। ਸੁਨ ਕਰ ਬਿਧੀ ਚੰਦ ਕੀ ਗਿਆਨੋ। ਫਿਰ ਉਧਰ ਬਾਬਾ ਬਿਧੀ ਚੰਦ ਜੀ ਐਸੀਆਂ ਗੱਲਾਂ ਨੂੰ ਸੁਣ ਕੇ ਮਨ ਦੇ ਵਿੱਚ ਤਾਂ ਖੁਸ਼ੀ ਬੜੇ ਹੁੰਦੇ ਨੇ ਵੀ ਕੋਈ ਨਹੀਂ, ਵੇਖਣ ਨੂੰ ਥੋੜੇ ਦਿਨਾਂ 'ਚ ਹੀ ਤੁਹਾਡੇ ਕੋਲੇ ਕਾਠੀਆਂ ਕੁਝ ਨਹੀਂ ਰਹਿਣੀਆਂ, ਨਾ ਹੀ ਘੋੜੇ ਰਹਿਣੇ ਨਾ ਕਾਠੀਆਂ ਰਹਿਣੀਆਂ।
ਇਵੇਂ ਬਾਬਾ ਬਿਧੀ ਚੰਦ ਮਨ ਦੇ ਵਿੱਚ ਬੜਾ ਖੁਸ਼ ਹੁੰਦੇ ਤੇ ਮੁੱਖ ਦੇ ਵਿੱਚੋਂ ਐਵੇਂ ਕਹਿੰਦੇ, ਮੈਂ ਤੁਮ ਵਿਖੇ ਮਿਲਿਓ ਅਬ ਮਾਨੋ। ਹਾਂ, ਬਾਬਾ ਬਿਧੀ ਚੰਦ ਜੀ ਭੋਲੇ ਜੇ ਬਣ ਕੇ ਕਹਿਣ ਲੱਗੇ ਕਿ ਮੈਂ ਤਾਂ ਤੁਹਾਡੇ ਵਿੱਚ ਪਹਿਲੀ ਵਾਰ ਹੀ ਆ ਕੇ ਮਿਲਿਆ। ਸੱਚ ਪਾਤਸ਼ਾਹ ਹੈ ਨਕੇ ਦਾਸ। ਹਾਂ, ਮੈਂ ਤਾਂ ਹੁਣ ਸੱਚੇ ਪਾਤਸ਼ਾਹ ਦਾ ਦਾਸ ਹਾਂ। ਜਿਸ ਬਾਸੁਰ ਬਾਸੋ ਤੁਮ ਪਾਸ। ਹਾਂ, ਦਿਨ ਰਾਤ ਹੀ ਮੇਰੇ ਮਨ ਦੀ ਜਿਹੜੀ ਇੱਛਾ ਸੀ ਤੁਹਾਡੇ ਕੋਲ ਆਉਣ ਦੀ, ਉਹ ਪੂਰੀ ਹੋਈ। ਆਸ ਮਨਸਾ ਵੀ ਹੋਏ ਨਾ ਪੂਰੀ। ਹਾਂ, ਹੁਣ ਇਹ ਜਿਹੜੀ ਮਨਸਾ ਹੈ ਮੈਂ ਤੁਹਾਡੇ ਕੋਲ ਆਇਆ, ਇਹ ਹੁਣ ਕਿਵੇਂ ਨਾ ਪੂਰੀ ਹੋਵੇਗੀ। ਆਓ ਸਭ ਕਾਰ ਕਰ ਮੈਂ ਪੂਰੀ। ਹਾਂ, ਹੁਣ ਇਹ ਜਿਹੜਾ ਕਾਰਜ ਕਾਠੀਆਂ ਨੂੰ ਵੇਖਣ ਵਾਲਾ ਵੀ, ਇਹ ਵੀ ਹੁਣ ਕਿਰਪਾ ਕਰਕੇ ਮੈਨੂੰ ਦਿਖਾਉਣਾ ਕਰੋ। ਪਾਂਚ ਕੇ ਸਾਥ ਰਜਤ ਪਣ ਕੇਰੀ। ਬਾਬਾ ਬਿਧੀ ਚੰਦ ਜੀ ਕਹਿਣ ਲੱਗੇ, ਮੈਂ ਤਾਂ ਅੱਜ ਤੱਕ ਵੱਧ ਤੋਂ ਵੱਧ 5-7 ਰੁਪਈਆਂ ਦੀ ਕਾਠੀ ਹੀ ਵੇਖੀ ਏ। ਕੀਮਤ ਇਤਕ ਵਸਤ ਹਮਹੀਰੀ। ਹਾਂ, ਸਾਡੇ ਵਰਗੇ ਗਰੀਬਾਂ ਦੇ ਕੋਲ ਐਡੀਆਂ ਮਹਿੰਗੀਆਂ ਮੁੱਲ ਵਾਲੀਆਂ ਕਾਠੀਆਂ ਕਿੱਥੇ। 1.25 ਲੱਖ ਕੋ ਕਹਾ ਬਨਾਇਓ। ਹਾਂ, 1.25 ਲੱਖ ਦੀਆਂ ਕਾਠੀਆਂ ਅਸੀਂ ਗਰੀਬਾਂ ਨੇ ਕਿੱਥੋਂ ਬਣਾ ਲੈਣੀਆਂ। ਸੁਨਤ ਹਿਰਦੈ ਮਮ ਅਚਰਜ ਆਇਓ। ਹਾਂ, ਬਾਬਾ ਬਿਧੀ ਚੰਦ ਕਹਿਣ ਲੱਗੇ, ਸੁਣ ਕੇ ਮੇਰੇ ਮਨ ਦੇ ਵਿੱਚ ਬੜੀ ਹੀ ਅਚਰਜਤਾ ਆਈ ਏ। ਦੀਨ ਬਿਲੋਕਨ ਕੀ ਬਹੁ ਚਾਹੀ। ਹਾਂ ਸਿਪਾਹੀਓ, ਮੇਰੇ ਮਨ ਦੀ ਹੁਣ ਇੱਛਾ ਏ ਕਿ ਤੁਸੀਂ ਕਹਿੰਦੇ ਕਾਠੀ ਬੜੀ ਹੀਰਿਆਂ ਨਾਲ ਜੜੀ ਏ, ਮੇਰੇ ਮਨ ਦੀ ਇੱਛਾ ਹੁਣ ਪੂਰੀ ਕਰੋ। ਇਹ ਸਵਾਲ ਮੇਰੋ ਤੁਮ ਪਾਹੀ। ਹੁਣ ਮੇਰਾ ਇਹ ਸਵਾਲ ਤੁਹਾਡੇ ਅੱਗੇ ਹੈ। ਇੱਕ ਬੋਲਿਓ ਸੋ ਕੁਲ ਫਨਾਂਤਰ। ਉਹਨਾਂ ਦੇ ਵਿੱਚੋਂ ਇੱਕ ਸਿਪਾਹੀ ਬੋਲਿਆ ਕਿ ਇਹ ਜਿਹੜੀ ਕਾਠੀ ਦੀਆਂ ਚਾਬੀਆਂ ਇੱਕ ਕੈਦਖਾਨੇ ਦੇ ਅੰਦਰ ਹੈ। ਹਰਿਓ ਰਹਿ ਸੰਭਾਲ ਨਿਰੰਤਰ। ਹਾਂ, ਉਹ ਜਿਹੜਾ ਬੰਦਾ ਜਿਹਦੇ ਕੋਲ ਚਾਬੀਆਂ ਨੇ, ਉਹ ਸਦਾ ਹੀ ਵੱਡੇ ਦਰਵਾਜ਼ਿਆਂ ਦੇ ਅੰਦਰ ਇਸ ਕਾਠੀ ਨੂੰ ਰੱਖਣਾ ਕਰਦਾ। ਸਦਾ ਖਰੀਦ ਰਹਿ ਜਿਸ ਹਾਥ। ਸਦਾ ਹੀ ਚਾਬੀਆਂ ਜਿਹੜੇ ਵਿਅਕਤੀ ਦੇ ਕੋਲ ਰਹਿੰਦੀਆਂ ਨੇ। ਕਰੇ ਦਿਖਾਵਨ ਕਹੋ ਇਹ ਸਾਥ। ਹਾਂ, ਜਿਹਦੇ ਕੋਲ ਉਸ ਜਗ੍ਹਾ ਦੀਆਂ ਚਾਬੀਆਂ ਨੇ, ਜਿਹਦੇ ਅੰਦਰ ਐਡੀ ਮਹਿੰਗੀ ਕਾਠੀਆਂ ਰੱਖੀਆਂ, ਤੋ ਉਸ ਬੰਦੇ ਨੂੰ ਜਾ ਕੇ ਕਹਿ, ਉਹ ਤੈਨੂੰ ਇਹ ਕਾਠੀਆਂ ਦਿਖਾ ਦੇਵੇਗਾ। ਇਵੇਂ ਜਿਹੜੇ ਸਿਪਾਹੀ ਬਾਬਾ ਬਿਧੀ ਚੰਦ ਨੂੰ ਦੱਸ ਰਹੇ ਨੇ। ਹੁਣ ਅੱਗੇ ਕਿਵੇਂ ਬਾਬਾ ਬਿਧੀ ਚੰਦ ਮਨ 'ਚ ਇੱਛਾ ਧਾਰਨ ਕਰਕੇ ਕਾਠੀਆਂ ਨੂੰ ਵੇਖ ਕੇ ਫਿਰ ਬੜਾ ਖੁਸ਼ ਹੁੰਦੇ ਨੇ ਤੇ ਘੋੜੇ ਨੂੰ ਕਿਲੇ 'ਚੋਂ ਬਾਹਰ ਦੀਆਂ ਫਿਰ ਕੱਢਣ ਦੀਆਂ ਤਿਆਰੀਆਂ ਕਰਦੇ। ਉਹ ਆਪਾਂ ਕੱਲ ਦੇ ਅਧਿਆਏ ਅੰਦਰ ਸਰਵਣ ਕਰਾਂਗੇ। ਹੁਣ ਇੱਥੋਂ ਤੱਕ ਅਧਿਆਏ ਦੀ ਸਮਾਪਤੀ ਹੈ। ਵਿਚਾਰਾਂ ਕਰਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ। ਆਪ ਸਾਧ ਸੰਗਤ ਗੁਰੂ ਹਰਗੋਬਿੰਦ ਪਾਤਸ਼ਾਹ ਬਖਸ਼ਣ ਯੋਗ ਨੇ, ਅਣਜਾਣ ਜੀਵ ਸਮਝ ਕਰਕੇ ਬਖਸ਼ ਦੇਣਾ। ਆਓ ਆਖਰ ਵਿੱਚ 2 ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਉਣਾ ਕਰੀਏ। ਇੱਕ ਬੋਲਿਓ ਸੋ ਕੁਲ ਫਨ ਅੰਤਰ। ਤਰਿਓ ਰਹਿ ਸੰਭਾਲ ਨਿਰੰਤਰ। ਸਦਾ ਕਲੀਦ ਰਹਿ ਜਿਸ ਹਾਥ। ਕਰਹਿ ਦਿਖਾਵਨ ਕਹੋ ਇਹ ਸਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे गोविंद हे गोपाल हे दयाल लाल। प्राणनाथ अनाथ सखे दीन दर्द निवार। हे समरथ अगम पूर मोहे मया तार। अंधकूप महापयान नानक पारे उतार। नानक गुरु गोबिंद सिंह पूरन गुर अवतार। जगमग जोत बिराज रही श्री अबचल नगर मजार। खंडा जाके हाथ में कलगी सो है शीस। सो हमरी रचिया करे
गुर कलगी धर जगदीश खंडा जाकै हाथ में कलगी सो है शीस सो हमरी रचया करे गुर कलगी धर जगदीश वाहिगुरु नाम जहाज है चढ़े सो तरे पार जो शरदा कर सेम दे गुर पार उतार नहार जो शरदा कर सेम दे गुर पार उतार नहार। वाहिगुरु जी का खालसा वाहिगुरु जी की फतेह।